पहली पातशाही गुरु नानक देव जी, दूजी पातशाही गुरु अंगद देव जी, तीजी पातशाही गुरु अमरदास जी, चौथी पातशाही गुरु रामदास जी, पंजवीं पातशाही गुरु अर्जन देव जी, छेवीं पातशाही गुरु हरगोबिंद जी, सतवीं पातशाही गुरु हर राय जी, अठवीं पातशाही गुरु हर कृष्ण जी, नौवीं पातशाही गुरु तेग बहादुर जी, 10वीं पातशाही गुरु गोबिंद सिंह जी। 10 पातशाहियां दी जोत तन तन श्री गुरु ग्रंथ साहिब जी, तन तन श्री गुरु ग्रंथ साहिब जी। वाहिगुरू जी का खालसा तो वाहिगुरू जी की फतेह जी। ਤੇ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਆ ਤੇ ਸਾਡੇ ਵੱਡੇ ਵੀਰ ਰਿੰਕੂ ਸੰਧੂ ਦਾ ਜਨਮ ਦਿਨ ਆ ਜੀ। ਤੇ ਜਨਮ ਦਿਨ ਦੀ ਖੁਸ਼ੀਆਂ ਮਨਾਉਣ ਵਾਸਤੇ ਅਸੀਂ ਸਾਰੇ ਹੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਹੋਏ ਆ। ਤੇ ਜਿੱਥੇ ਕਿ ਬੱਚੇ ਵੀ ਪਹੁੰਚ ਰਹੇ ਆ, ਸਾਰੇ ਪਰਿਵਾਰ ਵੀ ਪਹੁੰਚ ਰਹੇ ਆ, ਸਾਰੇ ਭੈਣ ਭਰਾ ਵੀ ਪਹੁੰਚ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਜੀ। ਤੇ ਸਾਰੇ ਹੀ ਖੁਸ਼ੀਆਂ ਦੇ ਵਿੱਚ ਭੈਣ ਭਰਾ ਰਲ ਮਿਲ ਕੇ ਖੁਸ਼ੀਆਂ ਮਨਾਉਣ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚ ਰਹੇ ਆ। ਤੇ ਗੁਰੂ ਮਹਾਰਾਜ ਜੀ ਹਰੇਕ ਭੈਣ ਭਰਾ 'ਤੇ ਕਿਰਪਾ ਕਰਨ, ਮਿਹਰ ਕਰਨ ਤੇ ਜਿਹਦੇ ਨਾਲ ਸਾਰੇ ਹੀ ਭੈਣ ਭਰਾ ਵਧੀਆ ਤਰੀਕੇ ਨਾਲ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਤੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਹੀ ਖੁਸ਼ੀਆਂ ਮਨਾਉਣ ਵਾਸਤੇ ਪਹੁੰਚ ਰਹੇ ਆ। ਤੇ ਬਹੁਤ ਵਧੀਆ ਲੱਗ ਰਿਹਾ ਜੀ ਅੱਜ। ਤੇ ਵੱਡੇ ਵੀਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਸਾਰੇ ਹੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਵਾਹਿਗੁਰੂ ਜੀ ਸਾਰੇ ਹੀ ਪਰਿਵਾਰ ਨੂੰ ਤੰਦਰੁਸਤੀਆਂ ਤੇ ਚੜ੍ਹਦੀਆਂ ਕਲਾ ਬਖਸ਼ੇ। ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਤੇ ਜਿੰਨੇ ਵੀ ਭੈਣ ਭਰਾ ਬੱਚਿਆਂ ਨੂੰ ਸਿਖਲਾਈ ਦੇਣ ਵਾਸਤੇ ਪਹੁੰਚ ਰਹੇ ਆ ਤਾਂ ਅਸੀਂ ਉਹਨਾਂ ਦਾ ਵੀ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਵਾਹਿਗੁਰੂ ਜੀ ਉਹਨਾਂ 'ਤੇ ਮਿਹਰ ਭਰਿਆ ਹੱਥ ਰੱਖਣ, ਉਹਨਾਂ ਨੂੰ ਵੀ ਚੜ੍ਹਦੀਆਂ ਕਲਾ ਤੇ ਤੰਦਰੁਸਤੀਆਂ ਤੇ ਹਿੰਮਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਪਿਆਰੇ ਬੱਚਿਓ, ਅੱਜ ਆਪਾਂ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਏ ਹਾਂ। ਇੱਕ ਤੇ ਖਾਲਸਾ ਪੰਥ ਦਾ ਸਾਜਣਾ ਦਿਵਸ ਵਿਸਾਖੀ, ਕਿਉਂਕਿ ਜਿਹੜਾ ਆਪਣਾ ਕੇਂਦਰੀ ਸਮਾਗਮ ਆ, ਪਿੰਡ ਦਾ ਸਾਂਝਾ ਸਮਾਗਮ ਆ, ਉਹ ਗੁਰਦੁਆਰਾ ਵੇਗ ਸਾਹਿਬ ਵਿਖੇ ਚੱਲ ਰਿਹਾ ਹੈ। ਬਿਨ ਗੱਲਾਂ ਦਾ ਧਿਆਨ ਗੁਰਦੁਆਰਾ ਵੇਗ ਸਾਹਿਬ ਵਿਖੇ ਪ੍ਰੋਗਰਾਮ ਚੱਲਦਾ ਨਾ ਵਿਸਾਖੀ ਮਨਾਉਣ ਵਾਸਤੇ। ਪ੍ਰਭਾਤ ਫੇਰੀਆਂ ਹੋਈਆਂ ਸੀ, ਫਿਰ ਅਖੰਡ ਪਾਠ ਸਾਹਿਬ ਹੋਏ। ਅੱਜ ਕੀ ਸੀ ਭਲਾ? ਤੁਹਾਡੇ ਤੋਂ ਕਿੰਨੇ ਬੱਚੇ ਨਗਰ ਕੀਰਤਨ 'ਚ ਸ਼ਾਮਲ ਹੋਏ ਸੀ? ਸਾਰੇ? ਬਹੁਤ ਬਹੁਤ ਸ਼ਾਬਾਸ਼। ਚਲੋ, ਕੱਲ੍ਹ ਨੂੰ ਜਿਹੜਾ 14 ਅਪ੍ਰੈਲ ਨੂੰ ਵਿਸਾਖੀ ਦਾ ਦਿਨ ਗੁਰਦੁਆਰਾ ਵੇਗ ਸਾਹਿਬ ਵਿਖੇ ਮਨਾਇਆ ਜਾਣਾ। ਆਪਾਂ ਕਿਉਂਕਿ ਗੁਰਮਤਿ ਦੀ ਸਿੱਖਿਆ ਲੈਂਦੇ ਹਾਂ, ਸਾਰੇ ਬੱਚੇ ਪੰਜਾਬੀ ਭਾਸ਼ਾ ਸਿੱਖਦੇ ਆ, ਤਾਂ ਇਸ ਕਰਕੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਆਪਾਂ ਇੱਥੇ ਸਾਰੇ ਇਕੱਤਰ ਹੋਏ। ਆਪਣਾ ਇੱਕ ਲੱਖ ਫਰਜ਼ ਵੀ ਬਣਦਾ ਕਿ ਆਪਾਂ ਆਪਣੇ ਮਹਾਨ ਇਤਿਹਾਸਕ ਦਿਹਾੜਿਆਂ ਨੂੰ ਯਾਦ ਕਰੀਏ। ਦੂਸਰਾ ਜਿਹੜਾ ਅੱਜ ਦੇ ਇੱਥੇ ਸਮਾਗਮ ਵਿੱਚ ਆਪਣੇ ਇਕੱਤਰ ਹੋਣ ਦਾ ਕਾਰਨ ਸੀ ਕਿ ਜਿਹੜੇ NRI ਵੀਰ ਆਪਾਂ ਨੂੰ ਸਪਾਂਸਰ ਕਰ ਰਹੇ ਆ, ਉਤਸ਼ਾਹਿਤ ਕਰ ਰਹੇ ਆ। ਇਹ ਜਿਹੜਾ ਆਪਣਾ ਕਲਾਸਾਂ ਲੱਗ ਰਹੀਆਂ ਬੱਚਿਆਂ ਦੀਆਂ, ਗੁਰਮਤਿ ਦੀਆਂ ਕਲਾਸਾਂ, ਪੰਜਾਬੀ ਸਿੱਖਿਆ ਦੀਆਂ, ਨੈਤਿਕ ਕਦਰਾਂ ਕੀਮਤਾਂ ਆਪਾਂ ਸਿੱਖ ਰਹੇ ਹਾਂ, ਇਹਨਾਂ ਨੂੰ ਸਪਾਂਸਰ ਕਰਨ ਵਾਲੇ, ਇਹਨਾਂ ਦਾ ਪ੍ਰਬੰਧ ਕਰਨ ਵਾਲੇ NRI ਵੀਰ, ਉਹਨਾਂ ਵੀਰਾਂ ਦੇ ਵਿੱਚੋਂ ਜਿਹੜੇ ਮੁੱਖ ਪ੍ਰਬੰਧਕ ਹੈਗੇ ਆ ਵੀਰ ਨਵਦੀਪ ਸਿੰਘ, ਰਿੰਕੂ ਸੰਧੂ ਭਾਜੀ, ਅੱਜ ਉਹਨਾਂ ਦਾ ਜਨਮ ਦਿਨ ਕੀ ਹੈ ਭਲਾ? ਤੇ ਬਹੁਤ ਖੁਸ਼ੀ ਆਪਾਂ ਕਹਿ ਸਕਦੇ ਹਾਂ ਆਪਾਂ ਸਾਰਿਆਂ ਨੂੰ ਕਿ ਸਾਡੇ ਵੱਡੇ ਵੀਰ ਦਾ ਜਨਮ ਦਿਨ ਆ ਤੇ ਅਸੀਂ ਉਹਨਾਂ ਦੇ ਜਨਮ ਦਿਨ ਨੂੰ ਮਨਾਉਣ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਹਾਂ। ਤੇ ਉਹ ਵੀ ਜੁੜੇ ਹੋਏ ਆ ਆਪਣੇ ਨਾਲ
ਚਾਹੇ ਉਹ ਵਿਦੇਸ਼ ਵਿੱਚ ਰਹਿ ਰਹੇ ਆ, ਉੱਥੇ ਆਪਣਾ ਕਾਰੋਬਾਰ ਕਰ ਰਹੇ ਆ, ਪਰ ਉਹਨਾਂ ਦੀ ਆਤਮਾ, ਉਹਨਾਂ ਦੀ ਰੂਹ, ਉਹਨਾਂ ਦਾ ਮਨ ਜਿਹੜਾ ਹੈ ਉਹ ਆਪਣੇ ਪਿੰਡ ਨਾਲ ਜੁੜਿਆ ਹੋਇਆ ਹੈ। ਆਪਣਾ ਪਿੰਡ ਦੇ ਨਾਲ, ਆਪਣੀ ਮਿੱਟੀ ਨਾਲ ਉਹਨਾਂ ਦਾ ਮੋਹ ਆ, ਆਪਣੇ ਬੱਚਿਆਂ ਨਾਲ, ਆਉਣ ਵਾਲੇ ਭਵਿੱਖ ਦੇ ਨਾਲ ਉਹਨਾਂ ਦਾ ਪਿਆਰ ਆ, ਔਰ ਉੱਥੇ ਬੈਠੇ ਹੋਏ ਉਹ ਉਪਰਾਲੇ ਸਾਰੇ ਕਰਦੇ। ਅਤੇ ਜਿੱਥੇ ਉਹਨਾਂ ਨੇ ਆਪਣਾ ਜਨਮ ਦਿਨ ਉੱਥੇ ਪਰਿਵਾਰ ਦੇ ਵਿੱਚ ਮਨਾਉਣਾ, ਅਸੀਂ ਵੀ ਉਹਨਾਂ ਦੇ ਪਰਿਵਾਰ ਦਾ ਹੀ ਇੱਕ ਹਿੱਸਾ ਵਾ ਮੰਨੋ, ਹੈ ਨਾ। ਅਤੇ ਆਪਾਂ ਸਾਰੇ ਜਣੇ ਰਲ ਕੇ ਇੱਥੇ ਨਾਲੇ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਉਹਦੀ ਖੁਸ਼ੀ ਦੇ ਵਿੱਚ ਆਪਾਂ ਇੱਥੇ 2-4 ਗੱਲਾਂ ਬਾਤਾਂ ਕਰਾਂਗੇ, ਅਤੇ ਨਾਲੇ ਉਹਨਾਂ ਦਾ ਜਿਹੜਾ ਜਨਮ ਦਿਨ ਉਹਨਾਂ ਦੀਆਂ ਖੁਸ਼ੀਆਂ ਨੂੰ ਸਾਂਝਿਆ ਕਰਾਂਗੇ। ਸੋ ਬੇਟਾ ਜੀ, 1699 ਦੀ ਵਿਸਾਖੀ ਜਿਹੜੀ ਸੀ, ਉਸ ਦਿਨ ਕੇਸਗੜ੍ਹ ਸਾਹਿਬ ਜੋ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਆ, ਤਖਤ ਵਾ, ਉੱਥੇ ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਇਕੱਠ ਕੀਤਾ। ਦੂਰ ਦਰੇਡੇ ਦੀਆਂ ਸੰਗਤਾਂ ਨੂੰ, ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਜਿੱਥੋਂ ਤੱਕ ਵੀ ਉਹਨਾਂ ਦੀ ਪਹੁੰਚ ਸੀ, ਸੰਗਤਾਂ ਆਉਂਦੀਆਂ ਸੀ, ਮਿਲਦੀਆਂ ਸੀ, ਉਹਨਾਂ ਸਾਰਿਆਂ ਨੇ ਉਚੇਚੇ ਤੌਰ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਵੀ ਤੁਸੀਂ ਸਾਰਿਆਂ ਨੇ ਵਿਸਾਖੀ ਵਾਲੇ ਦਿਨ ਉੱਥੇ ਕੇਸਗੜ੍ਹ ਸਾਹਿਬ ਇਕੱਠੇ ਹੋਣਾ। ਅਤੇ ਜਦੋਂ ਬਹੁਤ ਭਾਰੀ ਇਕੱਠ ਹੋਇਆ, ਉਸ ਇਕੱਠ ਦੇ ਵਿੱਚ ਗੁਰੂ ਸਾਹਿਬ ਜੀ ਨੇ ਫਿਰ ਉਚੇਚੇ ਤੌਰ 'ਤੇ ਇੱਕ ਦੀਵਾਨ ਪੰਡਾਲ ਸਜਾਇਆ, ਬਹੁਤ ਵੱਡੀ ਸਟੇਜ ਲਾਈ, ਲੋਕਾਂ ਦੇ ਬੈਠਣ ਦੇ ਪ੍ਰਬੰਧ ਕੀਤੇ, ਅਤੇ ਨਾਲ ਹੀ ਫਿਰ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਚਲਾਇਆ ਹੋਇਆ ਧਰਮ ਸੀ ਜਾਂ ਮਿਸ਼ਨ ਸੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਸ ਮਿਸ਼ਨ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਸੀ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਈ ਪੀੜ੍ਹੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ, 2-3 ਪੀੜ੍ਹੀਆਂ ਲੰਘ ਗਈਆਂ ਸੀ, ਅਤੇ ਉਹਨਾਂ ਦੀ ਇੱਕ ਪਰਖ ਕਰਨ ਵਾਸਤੇ, ਪ੍ਰੀਖਿਆ ਲੈਣ ਵਾਸਤੇ ਵੀ ਇਹ ਗੁਰੂ ਨਾਨਕ ਦੇ ਧਰਮ ਨੂੰ, ਗੁਰੂ ਨਾਨਕ ਦੀ ਫਿਲਾਸਫੀ ਨੂੰ, ਗੁਰੂ ਨਾਨਕ ਦੇ ਮਤ ਨੂੰ ਕਿੰਨਾ ਕੁ ਸਹੀ ਤਰੀਕੇ ਨਾਲ ਸਮਝਦੇ ਆ ਜਾਂ ਮੰਨਦੇ ਆ, ਇਹਨਾਂ ਨੇ ਕਿੰਨਾ ਕੁਛ ਸਿੱਖਿਆ। ਜਿੱਦਾਂ ਤੁਸੀਂ ਸਕੂਲ 'ਚ ਪੜ੍ਹਦੇ ਆ ਨਾ, ਅਤੇ ਸਾਲ ਬਾਅਦ ਪਹਿਲਾਂ ਵੀ ਤੁਹਾਡੀਆਂ ਪ੍ਰੀਖਿਆਵਾਂ ਹੁੰਦੀਆਂ, ਪਰਚੇ ਹੁੰਦੇ ਆ, ਜਿਹਨੂੰ ਐਗਜ਼ਾਮ ਆਪਾਂ ਕਹਿੰਦੇ ਹਾਂ। ਉਹ ਐਗਜ਼ਾਮ ਕਾਹਦੇ ਲਈ ਹੁੰਦੇ? ਉਹ ਇਸ ਕਰਕੇ ਹੁੰਦੇ ਆ ਕਿ ਜੋ ਤੁਸੀਂ ਪੜ੍ਹਿਆ ਕਿ ਤੁਹਾਨੂੰ ਯਾਦ ਵੀ ਜਾਂ ਕਿ ਨਹੀਂ ਯਾਦ, ਕਿਤੇ ਭੁੱਲ ਤਾਂ ਨਹੀਂ ਗਏ। ਤੁਹਾਡਾ ਜਿਹੜਾ ਲੈਵਲ ਹੁੰਦਾ ਉਹ ਚੈੱਕ ਕਰਨ ਵਾਸਤੇ ਵੀ ਇਹ ਤੁਸੀਂ ਕਿੰਨਾ ਕੁਛ ਸਿੱਖਿਆ, ਜਿਹੜੀ ਪੜ੍ਹਾਈ ਕਰਾਈ ਦੀ ਹੈ ਤੁਹਾਡੀ ਸਮਝ ਵਿੱਚ ਆਈ ਵੀ ਆ ਕਿ ਨਹੀਂ ਆਈ। ਫਿਰ ਉਹਦਾ ਟੈਸਟ ਹੁੰਦਾ, ਫਿਰ ਐਨੂਅਲ ਐਗਜ਼ਾਮ ਹੁੰਦਾ, ਸਾਲਾਨਾ ਪ੍ਰੀਖਿਆ ਹੁੰਦੀ ਹੈ। ਇੱਦਾਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੀ ਪ੍ਰੀਖਿਆ ਲੈਣ ਵਾਸਤੇ ਉਚੇਚੇ ਤੌਰ 'ਤੇ ਜਿਹੜਾ ਆਪਾਂ ਦਿਨ ਮਨਾ ਰਹੇ ਹਾਂ ਨਾ, ਖਾਲਸਾ ਪੰਥ ਦਾ ਸਾਜਨਾ ਦਿਵਸ, ਉਹਨਾਂ ਨੇ ਇਕੱਠ ਕੀਤਾ, ਔਰ ਉਸ ਇਕੱਠ ਦੇ ਵਿੱਚ ਜਦੋਂ ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੱਥ ਦੇ ਵਿੱਚ ਨੰਗੀ ਤਲਵਾਰ ਫੜ ਕੇ, ਕਿਰਪਾਨ ਨੂੰ ਕਹਿੰਦੇ ਆ, ਤਾਂ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਕਿਹਾ ਕਿ ਮੈਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਕਿ ਮੈਨੂੰ ਕੀ ਚਾਹੀਦਾ? ਇੱਕ ਸਿੱਖ ਦਾ ਸਿਰ ਚਾਹੀਦਾ। ਹੁਣ ਕਿਤੇ ਸੌਖਾ ਹੀ ਕੰਮ ਸੀ। ਹੁਣ ਭਾਜੀ ਕੋਲੋਂ ਮੈਂ ਤੁਹਾਨੂੰ ਕਿਸੇ ਨੂੰ ਕਹਾਂ ਵੀ ਤੁਸੀਂ ਇੱਦਾਂ ਕਰਕੇ ਮੈਨੂੰ ਫਲਾਨੀ ਚੀਜ਼ ਦੇ ਦਿਓ, ਹੈ ਨਾ, ਤਾਂ ਤੁਸੀਂ ਇੱਦਾਂ ਦੇ ਦਿਓ ਚੁੱਪ ਕਰਕੇ? ਬੜਾ ਔਖਾ ਲੱਗਦਾ ਨਾ। ਉਹ ਤਾਂ ਫਿਰ ਸਿਰ ਮੰਗਿਆ ਗਿਆ ਸੀਗਾ। ਸਿਰ ਦਾ ਮਤਲਬ ਸੀ ਵੀ ਆਪਣਾ ਸੀਸ ਜਿਹੜਾ ਵਾ, ਸਿਰ ਜਿਹੜਾ ਵਾ ਧੜ ਤੋਂ, ਉਹ ਤਲਵਾਰ ਇਸੇ ਕਰਕੇ ਉਹਨਾਂ ਨੇ ਕੱਢੀ ਸੀ ਨਾ। ਉਹ ਇੱਕ ਪ੍ਰੀਖਿਆ ਸੀ, ਉਹ ਦੇਖਣਾ ਚਾਹੁੰਦੇ ਸੀ ਕਿ ਬੌਧਿਕ ਲੈਵਲ ਸਾਡਾ ਕਿੱਥੋਂ ਤੱਕ ਪਹੁੰਚਿਆ, ਸਾਡੀ ਬੁੱਧੀ ਨੂੰ ਪਰਖ ਕਰਨਾ ਚਾਹੁੰਦੇ ਸੀ। ਔਰ ਉਹਨਾਂ ਨੇ ਜੋ ਉੱਥੇ ਪ੍ਰਕਿਰਿਆ ਜਾਂ ਉੱਥੇ ਕੌਤਕ ਵਰਤਾਇਆ ਉਹ ਇਹ ਸੀ ਕਿ ਹੱਥ ਵਿੱਚ ਤਲਵਾਰ ਫੜ ਕੇ ਉਹਨਾਂ ਨੇ ਇੱਕ ਸਿਰ ਦੀ ਮੰਗ ਕੀਤੀ ਵੀ ਮੈਨੂੰ ਇੱਕ ਸਿਰ ਦਾ, ਸਿੱਖ ਦਾ ਸਿਰ ਚਾਹੀਦਾ। ਹੁਣ ਜਿਹੜੇ ਕਿ ਮੇਰੇ ਵਰਗੇ ਕੱਚੇ ਬਿੱਲੇ ਸੀਗੇ, ਹੁਣ ਜੇ ਮੈਂ ਤੁਹਾਨੂੰ ਇੱਥੇ ਆਵਾਜ਼ ਮਾਰਾਂ ਵੀ ਮੈਨੂੰ ਇੱਕ ਸਿੱਖ ਦਾ ਸਿਰ ਚਾਹੀਦਾ, ਤਾਂ ਤੁਹਾਡੇ ਤੋਂ ਜਿਹੜੀ ਡਰਦੇ ਹੋਣਗੇ ਉੱਥੇ ਭੱਜ ਜਾਣਗੇ ਉੱਠ ਕੇ, ਇਹ ਬਾਬੇ ਨੂੰ ਕੀ ਹੋ ਗਿਆ ਅੱਜ ਵੀ ਇਹ ਸਿਰ ਮੰਗਣ ਲੱਗ ਪਿਆ। ਅੱਗੇ ਤਾਂ ਸਾਨੂੰ ਇਹ ਕਦੇ ਸਮੋਸੇ ਤੇ ਕਦੇ ਫਲਾਨੀ ਚੀਜ਼, ਕਦੇ ਕੁਛ ਖਿਲਾਉਂਦਾ ਹੁੰਦਾ ਸੀ, ਅੱਜ ਸਾਡੇ ਕੋਲ ਸਿਰ ਮੰਗਣ ਲੱਗ ਪਿਆ, ਪੁੱਠਾ ਹੀ ਕੰਮ ਹੋ ਗਿਆ। ਡਰਾਂਗੇ ਨਾ ਆਪਾਂ। ਮੇਰੇ ਵਰਗੇ ਕੱਚੇ ਬਿੱਲੇ ਜਿਹੜੇ ਸੀ ਉੱਠ ਕੇ ਚਲੇ ਗਏ ਵੀ ਇਹ ਪਤਾ ਨਹੀਂ ਸੱਚੀ ਮੁੱਚੀ ਨਾ ਕਿਤੇ ਵੱਢਣ ਲੱਗ ਜਾਵੇ ਸਾਨੂੰ। ਪਰ ਜਿਨ੍ਹਾਂ ਦਾ ਬੌਧਿਕ ਵਿਕਾਸ ਹੋਇਆ ਸੀ, ਜਿਨ੍ਹਾਂ ਨੂੰ ਸਮਝ ਆ ਗਈ ਸੀ ਵੀ ਗੁਰੂ ਸਾਹਿਬ ਜੀ ਦੀ ਰਮਜ ਕੀ ਆ, ਉਹ ਕਹਿਣਾ ਵੀ ਚਾਹੁੰਦੇ ਆ, ਉਹਨਾਂ ਦੇ ਵਿੱਚੋਂ ਫਿਰ ਇੱਕ ਜਿਹਨੂੰ ਸਮਝ ਆ ਗਿਆ ਸੀ ਜਾਂ ਜਿਹਨੇ ਸਮਝਿਆ ਹੋਇਆ ਸੀ, ਗੁਰੂ ਸਾਹਿਬ ਜੀ ਨੂੰ ਸਮਝ ਲਿਆ ਸੀ, ਉਹ ਖੜਾ ਹੋਇਆ। ਉਹਦਾ ਨਾਂ ਕੀ ਸੀ? ਭਾਈ ਦਇਆ ਰਾਮ ਜੀ। ਪਹਿਲਾਂ ਰਾਮ ਸੀ ਉਹਨਾਂ ਦਾ ਨਾਂ। ਕੀ ਨਾਮ ਸੀ ਭਲਾ? ਭਾਈ ਦਇਆ ਰਾਮ ਜੀ। ਸੋ ਉਹਨੂੰ ਇਸ ਗੱਲ ਦੀ ਸਮਝ ਆ ਗਈ ਸੀ ਵੀ ਗੁਰੂ ਸਾਹਿਬ ਜੀ ਮੇਰਾ ਸੀਸ ਵੱਢਣਾ ਨਹੀਂ ਚਾਹੁੰਦੇ,
ਉਹ ਮੈਨੂੰ ਸਮਰਪਣ ਹੋਣ ਵਾਸਤੇ ਕਹਿੰਦੇ ਪਏ ਆ। ਮਤਲਬ ਉਹ ਮੇਰੀ ਜਿਹੜੀ ਮਨ ਦੀ ਬੁੱਧੀ ਆ ਜਾਂ ਮੇਰੀ ਚੇਤਨਤਾ ਹੈਗੀ ਆ, ਉਹਨੂੰ ਮਤਲਬ ਕੈਸ਼ ਕਰਨਾ ਚਾਹੁੰਦੇ ਆ ਵੀ ਤੂੰ ਮੇਰੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਆ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਦਾਂ ਸਿਰ ਨਵਾਉਂਦੇ ਆ ਤਾਂ ਉਹ ਸਿਰ ਨਵਾਉਣ ਦਾ ਮਤਲਬ ਇਹੀ ਹੁੰਦਾ ਵੀ ਗੁਰੂ ਸਾਹਿਬ ਜੀ ਆਹ ਸੀਸ ਮੈਂ ਤੁਹਾਡੇ ਚਰਨਾਂ 'ਚ ਰੱਖਦਾ। ਭਲੇ ਆਪਾਂ ਲਾ ਕੇ ਨਹੀਂ ਰੱਖਦੇ, ਲਾ ਕੇ ਤੇ ਨਹੀਂ ਨਾ ਰੱਖਦੇ, ਪਰ ਉਹ ਸਿਰ ਨਵਾਉਣ ਦਾ ਮਤਲਬ ਇਹੀ ਹੁੰਦਾ, ਸਿਰ ਝੁਕਾਉਣ ਦਾ ਮਤਲਬ ਇਹੀ ਹੁੰਦਾ ਵੀ ਗੁਰੂ ਸਾਹਿਬ ਜੀ ਆਹ ਜਿਹੜੀ ਮੈਂ ਆਪਣੀ ਮੱਤ ਵਾ, ਮੈਂ ਆਪਣੀ ਬੁੱਧੀ ਆ, ਇਹ ਤੇਰੇ ਚਰਨਾਂ 'ਚ ਰੱਖਦਾ ਵਾਂ, ਮੈਨੂੰ ਕਿਰਪਾ ਕਰਕੇ ਤੂੰ ਵਿਵੇਕ ਬੁੱਧੀ ਦੇਣੀ ਹੈ। ਜਿਹਨੂੰ ਆਪਾਂ ਮੱਥਾ ਟੇਕਣਾ ਕਹਿੰਦੇ ਆ ਨਾ, ਮੱਥਾ ਟੇਕਣ ਦਾ ਮਤਲਬ ਇਹ ਹੁੰਦਾ ਵੀ ਗੁਰੂ ਸਾਹਿਬ ਜੀ ਮੈਂ ਤੁਹਾਡਾ ਹਰ ਹੁਕਮ ਮੰਨਣ ਲਈ ਤਿਆਰ ਆ। ਇੱਦਾਂ ਹੀ ਭਾਈ ਦਇਆ ਰਾਮ ਜੀ ਨੂੰ ਸਮਝ ਆ ਗਈ ਸੀ ਵੀ ਗੁਰੂ ਸਾਹਿਬ ਜੀ ਸਿਰ ਵੱਢਣਾ ਨਹੀਂ ਚਾਹੁੰਦੇ, ਉਹ ਤਾਂ ਮੈਨੂੰ ਇੱਕ ਹੁਕਮ ਦੇ ਵਿੱਚ ਚੱਲਣ ਦੀ ਪ੍ਰੇਰਨਾ ਕਰਨੀ ਚਾਹੁੰਦੇ ਆ ਵੀ ਮੈਂ ਦੇਖਣਾ ਚਾਹੁੰਦਾ ਵਾਂ ਵੀ ਮੇਰੇ ਹੁਕਮ ਨੂੰ ਮੰਨਦੇ ਕਿੰਨੇ ਨੇ, ਵੀ ਸੱਚਮੁੱਚ ਉਹਨਾਂ ਦੇ ਵਿੱਚ ਇਹ ਦ੍ਰਿੜਤਾ ਵਿਸ਼ਵਾਸ ਆਈ ਹੈ ਵੀ ਮੇਰਾ ਗੁਰੂ ਕਦੇ ਵੀ ਗਲਤ ਕੰਮ ਨਹੀਂ ਕਹੂਗਾ, ਜੋ ਕਹੂਗਾ ਸਹੀ ਕਹੂਗਾ। ਸੋ ਭਾਈ ਦਇਆ ਰਾਮ ਜੀ ਇੱਥੇ ਗੁਰੂ ਸਾਹਿਬ ਜੀ ਨੂੰ ਤੰਬੂ 'ਚ ਲੈ ਗਿਆ, ਬਾਹਰ ਫਿਰ ਆਏ, ਦੁਬਾਰਾ ਫਿਰ ਇੱਕ ਤਲਵਾਰ ਕੱਢ ਕੇ ਫਿਰ ਇੱਕ ਸਿਰ ਦੀ ਮੰਗ ਕੀਤੀ ਉਹਨਾਂ ਨੇ। ਫਿਰ ਦੂਸਰੇ ਸਿੱਖ ਉੱਠਿਆ ਭਾਈ ਧਰਮਦਾਸ ਜੀ, ਫਿਰ ਇਸੇ ਤਰ੍ਹਾਂ ਤੀਸਰੇ ਦੀ ਮੰਗ ਕੀਤੀ, ਚੌਥੇ ਦੀ ਮੰਗ ਕੀਤੀ, ਪੰਜਵੇਂ ਦੀ ਮੰਗ ਕੀਤੀ। ਪੰਜ ਸਿੰਘ ਜਿਹੜੇ ਸੀ ਨਾ ਉਹ ਵਾਰੀ ਵਾਰੀ ਜਿਹੜੇ ਸੀ ਉਹ ਗੁਰੂ ਸਾਹਿਬ ਜੀ ਦੇ ਸਨਮੁਖ ਪੇਸ਼ ਹੋਏ। ਸੱਚੇ ਪਾਤਸ਼ਾਹ ਜੀ ਅਸੀਂ ਤੈਨੂੰ ਸਮਰਪਣ, ਤੇਰਾ ਹਰ ਹੁਕਮ ਮੰਨਣ ਲਈ ਅਸੀਂ ਤਿਆਰ ਹਾਂ। ਤੂੰ ਸਾਨੂੰ ਜਿੱਥੇ ਖੜੇ ਕਰੇਗਾ, ਜਿੱਥੇ ਸਾਡੀ ਡਿਊਟੀ ਲਾਏਗਾ, ਜਿੱਥੇ ਸੇਵਾ 'ਚ ਸਾਨੂੰ ਭੇਜੇਗਾ, ਅਸੀਂ ਤਿਆਰ ਹਾਂ। ਸੋ ਫਿਰ ਉਹਨਾਂ ਪੰਜਾਂ ਨੂੰ ਗੁਰੂ ਸਾਹਿਬ ਜੀ ਨੇ ਕੇਸਰੀ ਪੁਸ਼ਾਕੀ, ਜਿਹਨੂੰ ਆਪਾਂ ਵਸਤਰ ਕਹਿ ਦਿੰਦੇ ਹਾਂ, ਪਹਿਰਾਵਾ ਕਹਿੰਦੇ ਹਾਂ, ਸੋਹਣੀਆਂ ਦਸਤਾਰਾਂ ਸਜਾ ਕੇ ਤਾਂ ਫਿਰ ਪੰਡਾਲ ਦੇ ਵਿੱਚ ਸਾਰਿਆਂ ਦੇ ਸਾਹਮਣੇ ਲਿਆਂਦਾ। ਤਾਂ ਫਿਰ ਜਿਹੜੇ ਮੇਰੇ ਵਰਗੇ ਬੱਚੇ ਪਿੱਲੇ ਸੀਗੇ ਉਹ ਵੀ ਪਛਤਾਉਣ ਲੱਗ ਪਏ ਵੀ ਹੈ ਜੀ ਗੁਰੂ ਸਾਹਿਬ ਨੇ ਇੱਦਾਂ ਹੀ ਕਰਨੀ ਸੀਗੀ ਤੇ ਅਸੀਂ ਕਿਉਂ ਨਾ ਉੱਠ ਕੇ ਆ ਗਿਆ। ਫਿਰ ਪਛਤਾਉਂਦਾ ਹੀ ਹੈ ਨਾ ਬੰਦਾ ਵੀ ਮੈਂ ਵੀ ਇਹਨਾਂ ਪੰਜਾਂ ਦੇ ਵਿੱਚ ਸ਼ਾਮਲ ਹੋਣਾ ਸੀ, ਮੇਰੇ ਵੀ ਸਿਰ 'ਤੇ ਕੇਸਰੀ ਦਸਤਾਰ ਹੋਣੀ ਸੀ, ਮੇਰੇ ਵੀ ਕੇਸਰੀ ਪੁਸ਼ਾਕੇ ਪਾਏ ਹੋਣੇ ਸੀ, ਮੈਂ ਵੀ ਸਾਰਿਆਂ ਦੇ ਸਾਹਮਣੇ ਖੜੇ ਹੋਣਾ ਸੀ। ਪਰ ਗੱਲ ਤਾਂ ਸੀ ਮੰਨਣ ਦੀ ਹੈ ਨਾ। ਹੁਣ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਆਪਾਂ ਬੈਠ ਕੇ ਬਾਣੀ ਸੁਣਦੇ ਹਾਂ, ਗੁਰਬਾਣੀ ਦੀ ਸਿੱਖਿਆ ਸੁਣਦੇ ਹਾਂ, ਤਾਂ ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਣ ਦਾ ਮਕਸਦ ਇਹ ਹੀ ਹੁੰਦਾ ਕਿ ਗੁਰੂ ਸਾਹਿਬ ਜੀ ਤੇਰੀ ਹਰ ਗੱਲ ਨੂੰ ਅਸੀਂ ਸੁਣ ਕੇ ਧਿਆਨ ਨਾਲ ਮੰਨਣ ਦਾ ਯਤਨ ਕਰਾਂਗੇ। ਅਸੀਂ ਮੰਨਣ ਲਈ ਪਾਬੰਦ ਹਾਂ। ਬਹੁਤ ਸਾਰੀਆਂ ਕੁਰੀਤੀਆਂ, ਬਹੁਤ ਸਾਰੀਆਂ ਸਮਾਜਿਕ ਬੁਰਾਈਆਂ, ਨਸ਼ੇ ਆਦਿਕ, ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਵਿੱਚ ਦੱਸੀਆਂ, ਜਦੋਂ ਆਪਾਂ ਉਹਨਾਂ ਨੂੰ ਸੁਣਦੇ ਹਾਂ, ਉਹਨਾਂ ਨੂੰ ਸੁਣਨ ਦਾ, ਸਮਝਣ ਦਾ ਉਪਰਾਲਾ ਕਰਦੇ ਹਾਂ, ਜਦੋਂ ਅਸੀਂ ਆਪਣੇ ਪ੍ਰੈਕਟੀਕਲ ਜੀਵਨ 'ਚ ਉਹਨਾਂ ਚੀਜ਼ਾਂ 'ਤੇ ਅਮਲ ਕਰਦੇ ਹਾਂ, ਤਾਂ ਫਿਰ ਅਸੀਂ ਸੱਚਮੁੱਚ ਗੁਰੂ ਦੇ ਸਿੱਖ ਅਖਵਾਉਂਦੇ ਹਾਂ। ਜੇ ਅਸੀਂ ਕੇਵਲ ਬਾਹਰਲੇ ਤਲ ਦੇ ਉੱਤੇ ਪਹਿਰਾਵੇ ਪਾ ਲਿਆ, ਕੇਵਲ ਅਸੀਂ ਮੱਥੇ ਟੇਕ ਲਿਆ ਜਾਂ ਕੇਵਲ ਅਸੀਂ ਰਸਮਾਂ ਨਿਭਾ ਲਈਆਂ, ਪਰ ਗੁਰੂ ਦੀ ਗੱਲ ਆਪਾਂ ਮੰਨਦੇ ਨਹੀਂ, ਇਹਦਾ ਮਤਲਬ ਅਸੀਂ ਗੁਰੂ ਦੇ ਸੱਚੇ ਸਿੱਖ ਨਹੀਂ ਬਣਾਂਗੇ। ਇੱਕ ਪਿਤਾ ਜਾਂ ਮਾਤਾ ਆਪਣੇ ਬੱਚੇ ਦੀ ਉੱਤੇ ਤਾਂ ਹੀ ਪ੍ਰਸੰਨ ਹੁੰਦਾ ਜਦੋਂ ਉਹ ਬੱਚਾ ਉਹ ਮਾਤਾ ਪਿਤਾ ਦੀ ਕਹਿਣੇ ਕਾਰ ਕਰਦਾ। ਤੁਸੀਂ ਘਰ ਦੇ ਵਿੱਚ ਆਪਣੇ ਪ੍ਰੈਕਟੀਕਲ ਜੀਵਨ 'ਚ ਦੇਖ ਲਓ, ਜਦੋਂ ਤੁਸੀਂ ਆਪਣੇ ਮੰਮੀ ਪਾਪਾ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਦੇ ਆ, ਉਹਨਾਂ ਦਾ ਰਿਸਪੈਕਟ ਕਰਦੇ ਆ, ਰਿਗਾਰਡ ਕਰਦੇ ਆ, ਉਹਨਾਂ ਦੇ ਆਖੇ ਲੱਗਦੇ ਆ, ਉਹਨਾਂ ਦੇ ਕਹਿਣੇ ਕਾਰ ਵਿੱਚ ਆ, ਤਾਂ ਮੰਮੀ ਪਾਪਾ ਤੁਹਾਡੇ 'ਤੇ ਕੀ ਹੋਣਗੇ? ਪ੍ਰਸੰਨ ਹੋਣਗੇ ਨਾ, ਖੁਸ਼ ਹੋਣਗੇ ਨਾ। ਤੇ ਜਦੋਂ ਤੁਸੀਂ ਫਿਰ ਨਹੀਂ ਮੰਨਦੇ, ਤੁਸੀਂ ਇਗਨੋਰ ਕਰਦੇ ਆ, ਆਨਾਕਾਨੀ ਕਰਦੇ ਆ, ਜਾਂ ਤੁਸੀਂ ਲੜਾਈ ਝਗੜਾ ਕਰਦੇ ਆ, ਫਿਰ ਕੀ ਹੁੰਦਾ ਭਲਾ? ਫਿਰ ਗੁੱਸਾ ਹੁੰਦਾ, ਫਿਰ ਮੰਮੀ ਪਾਪਾ ਸਾਡੇ 'ਤੇ ਪ੍ਰਸੰਨ ਨਹੀਂ ਹੁੰਦੇ। ਇੱਦਾਂ ਹੀ ਆਪਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਜੇ ਗੁਰੂ ਸਾਹਿਬ ਦੀ ਗੱਲ ਨੂੰ ਧਿਆਨ ਨਾਲ ਸੁਣਾਂਗੇ, ਜਿਹੜੀ ਬਾਣੀ ਹੈ ਨਾ, ਜਿੰਨੀ ਵੀ ਬਾਣੀ ਹੈ, ਬਾਣੀ ਦੇ ਵਿੱਚ ਸਾਨੂੰ ਸਿੱਖਿਆਵਾਂ ਦਿੱਤੀਆਂ ਗਈਆਂ। ਬਾਣੀ ਨੂੰ ਭਲੇ ਅਸੀਂ ਮੰਤਰਾਂ ਨਾਲ ਪੜ੍ਹੀ ਜਾਂਦੇ ਹਾਂ ਜਾਂ ਜੋ ਮਰਜ਼ੀ ਇਹਨੂੰ ਸਮਝ ਕੇ ਪੜ੍ਹੀ ਜਾਂਦੇ ਹਾਂ, ਪਰ ਗੁਰਬਾਣੀ ਮੰਤਰ ਨਹੀਂ, ਗੁਰਬਾਣੀ ਸਿੱਖਿਆਵਾਂ ਹੈ। ਜਿੱਦਾਂ ਮੈਂ ਸੌਖਾ ਜਿਹਾ ਸ਼ਬਦ ਆਪਾਂ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਹੁਣ ਇਹਦੇ 'ਚ ਕੋਈ ਆਪਾਂ ਨੂੰ ਮੰਤਰਾਂ ਨੂੰ ਪੜ੍ਹਨ ਵਾਸਤੇ ਥੋੜ੍ਹੀ ਕਿਹਾ ਜਾ ਰਿਹਾ, ਇਹ ਤੇ ਆਪਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਜਿਹੜਾ ਗੁਰੂ ਦਾ ਸਿੱਖ ਵਾ ਉਹ ਪਹਿਰ ਰਾਤ ਰਹਿੰਦੀ, ਸਵੇਰੇ ਉੱਠੇ ਆਪਣੀ ਨੀਂਦ ਪੂਰੀ ਕਰੇ, ਨੀਂਦ ਪੂਰੀ ਕਰਨ ਤੋਂ ਬਾਅਦ ਉੱਠ ਕੇ ਆਪਣੀਆਂ ਸਰੀਰਕ ਕਿਰਿਆਵਾਂ ਕਰੇ। ਜਿਹੜੇ ਬੀਬੀ ਸਿੱਖ ਬੱਚੇ ਦੇ ਗੁਣ ਆਪਾਂ ਪੜ੍ਹਦੇ ਹਾਂ, ਤੁਹਾਡੀਆਂ ਬੁੱਕਸ ਵਿੱਚ ਹੈਗੇ ਆ ਨਾ, ਤਾਂ ਉਹਦਾ ਪਰਪਸ ਇਹ ਹੈ ਨਾ ਵੀ ਆਪਾਂ ਸਮੇਂ ਸਿਰ ਉੱਠਣਾ, ਉੱਠ ਕੇ ਆਪਾਂ ਆਪਣੀਆਂ ਸਰੀਰਕ ਕਿਰਿਆਵਾਂ ਕਰਨੀਆਂ, ਬਰਸ਼ ਕਰਨਾ, ਸਮੇਂ ਸਿਰ ਇਸ਼ਨਾਨ ਕਰਨਾ, ਫਿਰ ਆਪਾਂ ਜੋ ਵੀ ਆਪਣਾ ਰੂਟੀਨ ਦੇ ਵਿੱਚ ਆਪਣਾ ਕੰਮ ਹੈਗਾ, ਬ੍ਰੇਕਫਾਸਟ ਕਰਕੇ ਸਕੂਲ ਜਾਣਾ। ਜਿਹੜੇ ਬੱਚੇ ਨਹੀਂ ਪੜ੍ਹਦੇ, ਜੇ ਕੋਈ ਘਰ ਦਾ ਕੰਮ ਕਰਦੇ ਆ ਤਾਂ ਸਮੇਂ ਸਿਰ ਘਰ ਦਾ ਕੰਮ ਕਰਨਾ। ਇੱਦਾਂ ਇਹ ਸਿੱਖਿਆਵਾਂ ਜਿਹੜੀਆਂ ਸਾਡੇ ਜੀਵਨ ਨੂੰ ਚੰਗਾ
ਵਧੀਆ ਇਨਸਾਨ ਬਣਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਲਿਖ ਕੇ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਖਰ ਕੀਤੀ ਹੈ। ਹੁਣ ਇਹਨੂੰ ਆਪਾਂ ਕੇਵਲ ਮੱਥਾ ਟੇਕੀ ਜਾਈਏ, ਕੇਵਲ ਇਹਨੂੰ ਆਪਾਂ ਭੇਟਾਵਾਂ ਢੇੜ ਕਰੀ ਜਾਈਏ ਤਾਂ ਕੀ ਗੁਰੂ ਜੀ ਸਾਡੇ ਤੇ ਪ੍ਰਸੰਨ ਹੋਣਗੇ? ਨਹੀਂ ਹੋਣਗੇ। ਭਾਈ ਦਇਆ ਰਾਮ ਜੀ, ਭਾਈ ਧਰਮਦਾਸ ਜੀ, ਭਾਈ ਮੁਕਮ ਚੰਦ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਪੰਜ ਪਿਆਰੇ ਜਿਹੜੇ ਸੀ ਗੁਰੂ ਸਾਹਿਬ ਜੀ ਉਹਨਾਂ ਤੇ ਬਹੁਤ ਪ੍ਰਸੰਨ ਹੋਏ। ਕਿਉਂ ਪ੍ਰਸੰਨ ਹੋਏ ਸੀ ਭਲਾ? ਕਿਉਂਕਿ ਉਹਨਾਂ ਨੇ ਗੁਰੂ ਦਾ ਹੁਕਮ ਮੰਨਿਆ ਸੀ, ਗੁਰੂ ਦੇ ਹੁਕਮ ਨੂੰ ਮੰਨਿਆ ਸੀ। ਗੁਰੂ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਮੈਨੂੰ ਸਿਰ ਦੀ ਲੋੜ ਆ, ਤਾਂ ਉਹ ਇੱਕਦਮ ਖੜੇ ਹੋ ਗਏ ਸੀ। ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਵੀ ਗੁਰੂ ਸਾਹਿਬ ਦੇ ਹੱਥ ਵਿੱਚ ਨੰਗੀ ਤਲਵਾਰ ਫੜੀ ਹੈ ਕਿ ਸੱਚੀ ਮੁੱਚੀ ਸਾਡਾ ਸਿਰ ਨਾ ਵੱਢ ਦੇਣ। ਉਹਨਾਂ ਨੂੰ ਪਤਾ ਸੀ ਸਾਡਾ ਗੁਰੂ ਸਾਡਾ ਕਦੇ ਵੀ ਮਾੜਾ ਨਹੀਂ ਸੁਣ ਸਕਦਾ। ਕਦੇ ਆਪਣੇ ਮੰਮੀ ਪਾਪਾ ਆਪਣਾ ਮਾੜਾ ਸੁਣ ਸਕਦੇ? ਜੇ ਮੰਮੀ ਪਾਪਾ ਆਪਾਂ ਨੂੰ ਝਿੜਕਦੇ ਵੀ ਆ, ਆਪਣੀ ਚਪੇੜ ਵੀ ਮਾਰਦੇ ਆ, ਆਪਾਂ ਨੂੰ ਡਾਂਟਦੇ ਵੀ ਆ, ਗੁੱਸੇ ਵੀ ਹੁੰਦੇ ਆ, ਤਾਂ ਉਹਦੇ ਵਿੱਚ ਵੀ ਸਾਡਾ ਭਲਾ ਹੀ ਹੁੰਦਾ ਹੈ। ਹੁਣ ਇਹ ਤੁਸੀਂ ਇੱਕ ਸੋਚੋ, ਛੋਟੀ ਜਿਹੀ ਗੱਲ ਮੈਂ ਦੱਸਦਾ। ਹੁਣ ਇੱਕ ਛੋਟਾ ਜਿਹਾ ਬੱਚਾ ਹੀ ਹੈ ਜਿੱਦਾਂ, ਮੰਮੀ ਰੋਟੀਆਂ ਪਕਾ ਰਹੀ ਹੈ। ਹੁਣ ਤੇ ਚਲੋ ਗੈਸ ਚੁੱਲ੍ਹੇ ਆ ਗਿਆ, ਪਹਿਲੇ ਸਮਿਆਂ 'ਚ ਹੁੰਦੀਆਂ ਸੀ ਨਾ ਦੂਸਰੇ ਜਿਹੜੇ ਚੁੱਲ੍ਹੇ ਅੱਗ ਬਾਲਣ ਵਾਲੇ ਹੁੰਦੇ ਸੀ, ਕਈ ਘਰਾਂ 'ਚ ਅਜੇ ਹੋਣਗੇ। ਹੁਣ ਛੋਟੇ ਜਿਹੇ ਬੱਚੇ ਨੂੰ ਥੋੜ੍ਹੀ ਪਤਾ ਵੀ ਅੱਗ ਹੱਥ ਸਾੜਦੀ ਆ, ਜਿਵੇਂ ਅੱਗ ਨੂੰ ਹੱਥ ਲਾਇਆ ਇੱਦਾਂ ਸਾੜ ਉਹ ਅੱਗ ਚਮਕਦੀ ਹੋਈ ਚੰਗੀ ਲੱਗਦੀ ਹੈ। ਤਾਂ ਉਹ ਮੰਮਾ ਦੇ ਕੋਲ ਬੈਠਾ ਬੱਚਾ, ਮੰਮਾ ਰੋਟੀਆਂ ਪਕਾ ਰਹੀ ਆ, ਬੱਚਾ ਖੇਡ ਰਿਹਾ, ਤੇ ਉਹ ਜਾ ਕੇ ਅੱਗ ਨੂੰ ਹੱਥ ਪਾਉਣ ਲੱਗਦਾ ਹੈ। ਤੇ ਮੰਮੀ ਉਹਨੂੰ ਕੀ ਕਰਦੀ ਆ? ਹਟਾ ਦਿੰਦੀ ਵੀ ਤੂੰ ਪਿੱਛੇ ਹੋ ਜਾ, ਇਹਨੂੰ ਹੱਥ ਨਹੀਂ ਲਾਉਣਾ। ਹੁਣ ਬੱਚੇ ਨੂੰ ਥੋੜ੍ਹੀ ਪਤਾ, ਬੱਚਾ ਸਮਝਦਾ ਸ਼ਾਇਦ ਮੰਮੀ ਮੈਨੂੰ ਜਾਣਬੁੱਝ ਕੇ ਨਹੀਂ ਹੱਥ ਲਾਉਣ ਦਿੰਦੀ। ਬੱਚਾ ਫਿਰ ਜਾਂਦਾ, ਫਿਰ ਮੰਮਾ ਹਟਾ ਦਿੰਦੀ ਹੈ। 3-4 ਵਾਰੀ ਇੱਦਾਂ ਵਾਰ-ਵਾਰ ਜਿੱਦ ਕਰਦਾ ਹੈ, ਤਾਂ ਉਹ ਫਿਰ ਮੰਮਾ ਗੁੱਸੇ ਚੜ ਕੇ ਕੀ ਕਰਦੀ ਹੈ ਭਲਾ? ਚਪੇੜ ਮਾਰਦੀ। ਹੁਣ ਉਹ ਚਪੇੜ ਮਾਰਨ ਦੇ ਵਿੱਚ ਬੱਚੇ ਦਾ ਭਲਾ ਵਾ ਕਿ ਬੁਰਾ? ਹੁਣ ਬੱਚੇ ਨੂੰ ਨਹੀਂ ਪਤਾ, ਬੱਚਾ ਸੋਚੂਗਾ ਵੀ ਸ਼ਾਇਦ ਮੰਮਾ ਮੇਰੀ ਤੇ ਐਂਗਰੀ ਹੋਈ ਆ, ਗੁੱਸੇ ਹੋਈ ਆ, ਮੈਨੂੰ ਜਾਣ-ਬੁੱਝ ਕੇ ਇਹਨੇ ਮਾਰਿਆ। ਪਰ ਨਹੀਂ, ਉਸ ਚਪੇੜ ਦੇ ਵਿੱਚ ਵੀ, ਉਸ ਮਾਰਨ ਦੇ ਵਿੱਚ ਵੀ ਬੱਚੇ ਦਾ ਇੱਦਾਂ ਹੀ ਗੁਰੂ ਸਾਹਿਬ ਜੀ ਕਦੇ ਵੀ ਸਾਡਾ ਬੁਰਾ ਨਹੀਂ ਸੋਚਦੇ। ਜੇ ਗੁਰੂ ਸਾਹਿਬ ਜੀ ਨੇ ਨੰਗੀ ਤਲਵਾਰ ਲੈ ਕੇ ਉਹ ਸਿਰ ਦੀ ਮੰਗ ਕੀਤੀ ਸੀ ਤਾਂ ਉਹਦਾ ਪਰਪਸ ਕੋਈ ਸਿਰ ਵੱਢਣਾ ਨਹੀਂ ਸੀ। ਉਹ ਸਾਡੀ ਇੱਕ ਬੌਧਿਕ ਵਿਕਾਸ ਨੂੰ, ਮਾਨਸਿਕਤਾ ਨੂੰ ਦੇਖਣਾ ਚਾਹੁੰਦੇ ਸੀ ਵੀ ਇਹਨਾਂ ਦੇ ਵਿੱਚ ਕਿੰਨੀ ਕੁ ਪ੍ਰੋਗਰੈਸ ਹੋਈ ਆ, ਕਿੰਨਾ ਨੇ ਮਤਲਬ ਕਿ ਇਸ ਚੀਜ਼ ਨੂੰ ਵਿਚਾਰਿਆ, ਪੜ੍ਹਿਆ ਵੀ ਅਸੀਂ ਆਪਣੇ ਗੁਰੂ ਨੂੰ ਕਿੱਦਾਂ ਸਮਰਪਣ ਹੋਣਾ। ਹੁਣ ਮੱਥੇ ਤੇ ਆਪਾਂ ਵੀ ਰੋਜ਼ ਟੇਕਦੇ ਆ, ਬਾਣੀ ਤੇ ਆਪਾਂ ਵੀ ਪੜ੍ਹਦੇ ਆ, ਹਰ ਬੰਦਾ ਆਪਣੇ ਆਪਣੇ ਅਕੀਦੇ ਤੇ ਆਪਣੇ ਧਰਮ ਤੇ ਪਰਪੱਕ ਵਾ, ਪਰ ਗੱਲ ਤੇ ਮੰਨਣ ਦੀ ਹੈ ਨਾ, ਕਿ ਹੁਕਮ ਮੰਨਣ ਦੀ ਆ। ਹੁਣ ਗੁਰਬਾਣੀ ਵਿੱਚ ਗੁਰੂ ਸਾਹਿਬ ਇਸੇ ਕਰਕੇ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਈ ਸੀ। ਤਾਂ ਉਹ ਜਿਹੜੇ ਪੰਜ ਪਿਆਰੇ ਸੀ, ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ, ਪੰਜ ਪਿਆਰੇ ਸਾਜੇ ਗਏ। ਕਿਉਂ ਸਾਜੇ ਗਏ? ਕਿਉਂਕਿ ਉਹਨਾਂ ਨੇ ਗੁਰੂ ਦਾ ਹੁਕਮ ਮੰਨਿਆ ਸੀ। ਔਰ ਅੱਜ ਵੀ ਆਪਾਂ ਜਦੋਂ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ। ਜਿੱਥੇ ਆਪਾਂ ਗੁਰੂਆਂ ਦੇ ਨਾਂ ਲੈਂਦੇ ਹਾਂ, ਉੱਥੇ ਕਹਿੰਦੇ ਹਾਂ ਪੰਜ ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਪੜ੍ਹਦੇ ਨਾ ਹੱਥੀਆਂ, ਜਪੀਆਂ, ਤਪੀਆਂ, ਸਿਰਕਵਾਨਾ, ਜਿਨ੍ਹਾਂ ਨਾਮ ਜਪਿਆ, ਬਣ ਸਕਿਆ, ਦੇਖ ਚਲਾਈ, ਤੇ ਗਵਾਈ, ਉਹ ਸਾਰਿਆਂ ਨੂੰ ਯਾਦ ਕੀਤਾ ਜਾਂਦਾ। ਤੇ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਪਹਿਲਾਂ ਪੰਜ ਪਿਆਰੇ ਨੂੰ ਯਾਦ ਕੀਤਾ ਜਾਂਦਾ। ਔਰ ਆਪਾਂ ਜਦੋਂ ਕੜਾਹ ਪ੍ਰਸ਼ਾਦੀ ਦੇਗ ਅਰਦਾਸ ਕਰਦੇ ਹਾਂ ਨਾ, ਤੇ ਕੜਾਹ ਪ੍ਰਸ਼ਾਦੀ ਦੇਗ ਕਰਨ ਤੋਂ ਬਾਅਦ, ਕਿਰਪਾਨ ਭੇਟ ਕਰਨ ਤੋਂ ਬਾਅਦ ਵਿੱਚ ਪਹਿਲਾਂ ਪੰਜ ਪਿਆਰਿਆਂ ਦੀ ਯਾਦ ਨੂੰ ਸਮਰਪਿਤ ਹੋ ਕੇ 5 ਛਾਂਦੇ, 5 ਗੱਫੇ ਕੜਾਹ ਪ੍ਰਸ਼ਾਦੇ ਕੱਢ ਕੇ ਵੱਖਰੀ ਕੌਲੀ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਵੱਖਰੇ ਕੀਤੇ ਜਾਂਦੇ ਆ, ਤਾਂ ਕਿ ਅਸੀਂ ਉਹਨਾਂ ਨੂੰ, ਉਹ ਸਾਡੇ ਰੋਲ ਮਾਡਲ ਸੀ, ਅਸੀਂ ਉਹਨਾਂ ਨੂੰ ਸਮਰਪਿਤ ਆ। ਸਾਡਾ ਜਿਹੜਾ ਜੀਵਨ ਹੈ ਨਾ, ਇਹ ਉਹਨਾਂ ਨੂੰ ਸਮਰਪਿਤ ਆ। ਅਗਰ ਉਹ ਪ੍ਰੀਖਿਆ 'ਚ ਪਾਸ ਨਾ ਹੁੰਦੇ ਤਾਂ ਸ਼ਾਇਦ ਸਾਡਾ ਜੀਵਨ ਇੱਦਾਂ ਦਾ ਨਾ ਹੁੰਦਾ। ਸੋ ਬੇਟਾ, ਆਪਾਂ ਵਿਸਾਖੀ ਮਨਾ ਰਹੇ ਹਾਂ। ਵਿਸਾਖੀ ਦੀ ਮਹਾਨਤਾ ਨੂੰ ਆਪਾਂ ਸਮਝਣ ਦਾ ਯਤਨ ਕਰਨਾ। ਵਿਸਾਖੀ ਨੂੰ ਅਸੀਂ ਚੇਤੇ ਕਿਉਂ ਕਰਨਾ, ਜਾਂ ਵਿਸਾਖੀ ਨੂੰ ਚੇਤੇ ਆਪਾਂ ਕਿਉਂ ਕਰਦੇ ਹਾਂ? ਵਿਸਾਖੀ ਆਪਾਂ ਕਿਉਂ ਮਨਾਉਂਦੇ ਭਲਾ? ਕੋਈ ਬੱਚਾ ਦੱਸ ਸਕਦਾ? ਆਪਾਂ ਵਿਸਾਖੀ, ਹਾਂਜੀ ਬੇਟਾ, ਹਾਂ, ਪੰਜ ਪਿਆਰਿਆਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਹੋ ਕੇ ਮਨਾਉਂਦੇ ਆ। ਹੋਰ ਵੈਰੀ ਗੁੱਡ, ਸ਼ਾਬਾਸ਼। ਮੇਨ ਗੱਲ ਆ ਸੀਗੀ ਬੇਟੇ, ਸ਼ਾਬਾਸ਼, ਬਹੁਤ ਵਧੀਆ। ਛੋਟੇ ਜਿਹੇ ਬੱਚੇ ਨੇ, ਦੇਖੋ ਜੀ ਅਗਰ ਆਪਾਂ ਕੰਟੀਨਿਊ ਇਹਨਾਂ ਕਲਾਸਾਂ ਵਿੱਚ ਆਵਾਂਗੇ ਤਾਂ ਛੋਟੇ ਛੋਟੇ ਨੁਕਤੇ ਆ ਜਿਹੜੇ ਬਰੀਕ ਨੁਕਤੇ ਜਿਹੜੇ ਸਾਡੀ ਸਮਝ ਵਿੱਚ ਆਉਣਗੇ। ਵੈਰੀ ਗੁੱਡ ਬੇਟੇ, ਤੁਸੀਂ ਜਦੋਂ ਪ੍ਰੀਖਿਆ ਦਿੰਦੇ ਆ ਸਕੂਲ ਦੇ ਵਿੱਚ ਤੇ ਤੁਹਾਡਾ ਐਨੂਅਲ ਰਿਜ਼ਲਟ ਆਉਂਦਾ ਨਾ, ਤੇ ਕਿੰਨੀ ਉਤਸੁਕਤਾ ਹੁੰਦੀ ਆ ਆਪਾਂ ਨੂੰ ਵੀ ਅੱਜ ਸਾਡਾ ਰਿਜ਼ਲਟ ਆਉਣਾ। ਅੱਛਾ, ਜਿਸ ਦਿਨ ਰਿਜ਼ਲਟ ਆਉਂਦਾ ਉਸ ਦਿਨ
ਜਦੋਂ ਰਿਜ਼ਲਟ ਆਉਂਦਾ ਹੈ ਤੇ ਜੇ ਤੁਸੀਂ ਪਹਿਲੀ ਪੋਜੀਸ਼ਨ 'ਤੇ ਪਾਸ ਹੋ ਜਾਂਦੇ ਆ, ਮੈਰਿਟ ਵਿੱਚ ਪਾਸ ਹੋ ਜਾਂਦੇ ਆ, ਤੇ ਉਹ ਜਿਹੜੇ ਪਲ ਹੁੰਦੇ ਆ ਜਦੋਂ ਤੁਹਾਨੂੰ ਖੁਸ਼ਖਬਰੀ ਮਿਲਦੀ ਆ, ਕੀ ਲਾਈਫ ਟਾਈਮ ਤੁਸੀਂ ਉਸ ਪਲ ਨੂੰ ਭੁੱਲ ਜਾਓਗੇ ਕਦੇ? ਕਿਉਂਕਿ ਉਹ ਇੱਕ ਖਾਸ ਘੜੀ ਹੁੰਦੀ ਆ, ਇੱਕ ਖਾਸ ਮਤਲਬ ਕਿ ਸਮਾਂ ਹੁੰਦਾ ਹੈ ਜਿਹੜਾ ਤੁਹਾਡੀ ਸੋਚ ਦੇ ਵਿੱਚ ਪੱਕੇ ਤੌਰ ਤੇ ਫਿਕਸ ਹੋ ਜਾਂਦਾ। ਇੱਦਾਂ ਦੀਆਂ ਨਾ ਬਹੁਤ ਸਾਰੀਆਂ ਘਟਨਾਵਾਂ ਜਦੋਂ ਤੋਂ ਆਪਾਂ ਹੋਸ਼ ਸੰਭਾਲੀ ਆ, ਤੁਸੀਂ ਵੀ ਸਾਰਿਆਂ ਨੇ ਸੰਭਾਲੀ ਆ, ਤੇ ਤੁਸੀਂ ਆਪਣੇ ਬੈਕਗ੍ਰਾਉਂਡ ਵਿੱਚ ਜਾਓਗੇ ਨਾ, ਜਦੋਂ ਆਪਣੀ ਚੇਤਨਤਾ ਨੂੰ ਇੱਦਾਂ ਸੋਚੋਗੇ ਪਿੱਛੇ ਹੁੰਦਿਆਂ ਤੋਂ ਮੈਂ ਕਿੱਦਾਂ ਸੀ, ਮੈਂ ਕੀ ਕਰਦਾ ਹੁੰਦਾ ਸੀ, ਤੇ ਕੁਝ ਪਲ ਇੱਦਾਂ ਦੇ ਹੁੰਦੇ ਆ ਜਿਹੜੇ ਖਾਸ ਹੁੰਦੇ ਆ ਔਰ ਉਹ ਸਾਡੀ ਸੋਚ ਦੇ ਵਿੱਚ ਪੱਕੇ ਤੌਰ ਤੇ ਫਿਕਸ ਹੁੰਦੇ ਆ। ਜਦੋਂ ਮਰਜ਼ੀ ਆਪਾਂ ਉਹਨਾਂ ਨੂੰ ਕੱਢ ਕੇ ਚੇਤੇ ਕਰ ਲੈਂਦੇ ਆ। ਇੱਦਾਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਅਸੀਂ ਚੇਤੇ ਕਰਦੇ ਆ। ਉਸ ਦਿਨ ਬੜੀ ਵੱਡੀ ਘਟਨਾ ਘਟੀ ਸੀ। ਗੁਰੂ ਸਾਹਿਬ ਨੇ ਸਾਡੀ ਪ੍ਰੀਖਿਆ ਲਈ ਸੀ ਔਰ ਅਸੀਂ ਉਸ ਪ੍ਰੀਖਿਆ ਚੋਂ ਪਾਸ ਹੋਏ ਸੀ, ਔਰ ਪਾਸ ਵੀ ਪਹਿਲੀ ਪੋਜੀਸ਼ਨ ਲੈ ਕੇ ਪਾਸ ਹੋਏ ਸੀ। ਔਰ ਉਹ ਪਲ ਸਾਨੂੰ ਅੱਜ ਵੀ ਚੇਤੇ ਆਉਂਦੇ ਆ। ਇਸ ਕਰਕੇ ਅਸੀਂ ਅੱਜ ਦੇ ਦਿਨ 1699 ਦੀ ਵਿਸਾਖੀ ਨੂੰ ਹਰ ਸਾਲ ਮਨਾਉਂਦੇ ਆ, ਯਾਦ ਕਰਦੇ ਆ ਕਿ ਉਸ ਦਿਨ ਸਾਡਾ ਜਨਮ ਹੋਇਆ ਸੀ। ਜਦੋਂ ਆਪਾਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦੀ ਦਾਤ ਦਿੰਦੇ ਆ ਨਾ, ਅੰਮ੍ਰਿਤ ਛਕਦੇ ਆ, ਤੇ ਉਸ ਵੇਲੇ ਉਹ ਫਿਰ ਸਾਨੂੰ ਕਹਿੰਦੇ ਵੀ ਅੱਜ ਤੋਂ ਬਾਅਦ ਤੁਹਾਡੇ ਪਿਛਲੇ ਜਨਮ, ਧਰਮ, ਕਰਮ, ਕੁੱਲ, ਮਾਤਾ, ਪਿਤਾ ਸਭ ਕੁਝ ਖਤਮ। ਅੱਜ ਤੋਂ ਤੁਹਾਡਾ ਜਨਮ ਨਵਾਂ ਹੋਇਆ, ਮਤਲਬ ਤੁਸੀਂ ਖਾਲਸਾ ਪੰਥ ਵਿੱਚ ਸ਼ਾਮਲ ਹੋਏ, ਖਾਲਸਾ ਪੰਥ ਦੇ ਮੈਂਬਰ, ਖਾਲਸਾ ਪੰਥ ਦੇ ਘਰ ਵਿੱਚ ਤੁਹਾਡਾ ਜਨਮ ਹੋਇਆ। ਠੀਕ ਹੈ ਨਾ? ਜਿਹੜੇ ਤੁਹਾਡੇ ਪਿਛਲੇ ਮਾਤਾ ਪਿਤਾ ਸੀ ਉਹ ਸਰੀਰਕ ਮਾਤਾ ਪਿਤਾ ਹੈ, ਉਹਨਾਂ ਨੇ ਸਰੀਰ ਕਰਕੇ ਤੁਹਾਨੂੰ ਜਨਮ ਦਿੱਤਾ, ਔਰ ਅੱਜ ਸਤਿਗੁਰ ਦੇ ਘਰ ਵਿੱਚ ਤੁਹਾਡਾ ਜਨਮ ਹੋਇਆ, ਤੁਹਾਡਾ ਨਵਾਂ ਜੀਵਨ ਅੱਜ ਤੋਂ ਆਰੰਭ ਹੋਇਆ। ਠੀਕ ਆ? ਤਾਂ ਫਿਰ ਸਾਨੂੰ ਦੱਸਿਆ ਜਾਂਦਾ, ਜਦੋਂ ਆਪਾਂ ਪੜ੍ਹਦੇ ਆ, ਸਾਡੇ ਮਾਤਾ ਪਿਤਾ ਕੌਣ ਆ? ਸਾਡੇ ਪਿਤਾ ਜੀ ਕੌਣ ਆ? ਗੁਰੂ ਗੋਬਿੰਦ ਸਿੰਘ ਜੀ। ਸਾਡੀ ਮਾਤਾ ਕੌਣ ਹੈ? ਮਾਤਾ ਸਾਹਿਬ ਕੌਰ। ਸਾਡਾ ਜਨਮ ਕਿੱਥੇ ਹੋਇਆ ਸੀ? ਕੇਸਗੜ੍ਹ। ਅਸੀਂ ਵਾਸੀ ਕਿੱਥੋਂ ਦੇ ਆ? ਆਨੰਦਪੁਰ ਸਾਹਿਬ ਦੇ। ਅਸੀਂ ਸਾਰੇ ਆਪਸ ਵਿੱਚ ਕੀ ਆ? ਭੈਣ ਭਰਾ। ਜਦੋਂ ਸਾਡਾ ਜਨਮ ਗੁਰੂ ਦੇ ਘਰ 'ਚ ਹੋ ਗਿਆ, ਹੁਣ ਸਾਡੇ ਵਿੱਚ ਕੋਈ ਵੀ ਊਚ ਨੀਚ, ਜਾਤ ਪਾਤ, ਛੂਤ ਛਾਤ, ਰੰਗ ਨਸਲ ਭੇਦ ਖਤਮ ਹੋ ਗਿਆ। ਹੁਣ ਸਾਰੇ ਅਸੀਂ ਆਪਸ ਵਿੱਚ ਦੀ ਭੈਣ ਭਰਾ। ਸਾਡੇ ਵਿੱਚੋਂ ਸਾਰੀਆਂ ਜਿਹੜੀਆਂ ਉਹ ਫਿਰਕਿਆਂ ਵਾਲੀਆਂ, ਜਾਤਾਂ ਪਾਤਾਂ ਵਾਲੀਆਂ ਵੰਡਾਂ ਸੀ ਖਤਮ ਹੋ ਗਈਆਂ। ਗੁਰੂ ਸਾਹਿਬ ਜੀ ਨੇ ਸਾਨੂੰ ਖਾਲਸ ਕਰਤਾ, ਸ਼ੁੱਧ ਕਰਤਾ। ਸਾਡੇ ਵਿੱਚ ਜਿਹੜੀ ਵੀ ਖੋਟ ਸੀ, ਜਿਹੜੀ ਵੀ ਮਿਲਾਵਟ ਸੀ, ਜਾਂ ਸਾਡੇ ਮਨਮਤ ਸੀ, ਉਹ ਸਾਰੀ ਦੀ ਸਾਰੀ ਖਤਮ ਹੋ ਗਈ। ਤੋ ਜਿੱਥੇ ਆਪਾਂ ਵਿਸਾਖੀ ਨੂੰ ਇੱਕ ਮੇਲੇ ਦੇ ਰੂਪ ਵਿੱਚ ਮਨਾਉਂਦੇ ਆ, ਤਿਉਹਾਰ ਦੇ ਰੂਪ ਵਿੱਚ ਮਨਾਉਂਦੇ ਆ, ਉੱਥੇ ਆਪਾਂ ਇਸ ਗੱਲ ਦਾ ਸੰਕਲਪ ਕਰਿਆ ਕਰਨਾ, ਹਰ ਸਾਲ ਇਹਨੂੰ ਚੇਤੇ ਕਰਿਆ ਕਰਨਾ ਵੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ, ਸਾਡੀ ਮਾਤਾ ਸਾਹਿਬ ਕੌਰ ਆ, ਅਸੀਂ ਸਾਰੇ ਆਪਸ ਵਿੱਚ ਦੀ। ਹੁਣ ਜਦੋਂ ਆਪਾਂ ਸਾਰੇ ਭੈਣ ਭਰਾ ਮੰਨਾਂਗੇ ਆਪਸ ਵਿੱਚ ਦੀ, ਤੇ ਆਪਾਂ ਕਦੇ ਕਿਸੇ ਦੂਸਰੇ ਦਾ ਬੁਰਾ ਸੋਚਾਂਗੇ? ਕਿਸੇ ਦੇ ਨਾਲ ਕੋਈ ਨਫ਼ਰਤ, ਦਵੈਸ਼, ਈਰਖਾ ਕਰਾਂਗੇ? ਕਿਸੇ ਦੀ ਚੋਰੀ ਕਰਾਂਗੇ? ਕਿਸੇ ਆਪਾਂ ਹੁਣ ਤੁਸੀਂ ਭੈਣ ਭਰਾਈਆਂ ਆਪਸ ਵਿੱਚ ਦੀ, ਚਲੋ ਛੋਟੀਆਂ ਮੋਟੀਆਂ ਨੁਕਤਾਚੀਨੀਆਂ ਤਾਂ ਮਾੜੀਆਂ ਮੋਟੀਆਂ ਘਰ 'ਚ ਚੱਲਦੀਆਂ ਰਹਿੰਦੀਆਂ ਨਾ, ਛੋਟੀ ਮੋਟੀ ਲੜਾਈ ਝਗੜੇ ਹੁੰਦੇ ਹੀ ਆ, ਪਰ ਉਹ ਅਸਲੀ ਨਹੀਂ ਹੁੰਦੇ, ਉਹ ਥੋੜੇ ਸਮੇਂ ਲਈ ਹੁੰਦੇ ਆ। ਤੇ ਆਪਾਂ ਕਿਸੇ ਨੂੰ ਗਾਲਾਂ ਕੱਢਾਂਗੇ? ਫਿਰ ਆਪਾਂ ਕਿਸੇ ਨੂੰ ਕਹਾਂਗੇ ਵੀ ਇਹ ਮੇਰਾ ਦੁਸ਼ਮਣ ਆ? ਨਾ, ਕਿਉਂਕਿ ਅਸੀਂ ਤੇ ਭੈਣ ਭਰਾ ਸਾਰੇ ਆਪਸ ਵਿੱਚ ਦੀ। ਸੋ ਬੇਟੇ, ਜਿੱਥੇ ਆਪਾਂ ਤਿਉਹਾਰ ਮਨਾਉਣੇ ਆ, ਉੱਥੇ ਇਹਨਾਂ ਤਿਉਹਾਰਾਂ 'ਚੋਂ ਮਿਲਣ ਵਾਲੀਆਂ ਸਿੱਖਿਆਵਾਂ ਨੂੰ ਚੇਤੇ ਕਰਨਾ ਔਰ ਉਹਨਾਂ ਨੂੰ ਆਪਣੇ ਜੀਵਨ ਵਿੱਚ ਪੱਕੇ ਤੌਰ ਤੇ ਉਤਾਰਨਾ। ਮਨੁੱਖਤਾ ਦੀ ਸੇਵਾ, ਸਮਾਜ ਦੀ ਸੇਵਾ, ਬਜ਼ੁਰਗਾਂ ਦੀ ਸੇਵਾ, ਮਾਤਾ ਪਿਤਾ ਦੀ ਸੇਵਾ, ਵਾਤਾਵਰਣ ਦੀ ਸੰਭਾਲ, ਇਹ ਸਾਰੀਆਂ ਗੱਲਾਂ ਆਪਾਂ ਨੂੰ ਗੁਰਬਾਣੀ ਦੱਸਦੀ ਹੈ। ਜਿਸ ਵਾਤਾਵਰਣ ਵਿੱਚ ਆਪਾਂ ਰਹਿ ਰਹੇ ਹਾਂ, ਜਿਸ ਪਿੰਡ ਵਿੱਚ ਆਪਾਂ ਰਹਿ ਰਹੇ ਹਾਂ, ਇਹਦੀ ਸਾਫ਼ ਸਫਾਈ ਦਾ ਖਿਆਲ ਰੱਖਣਾ। ਹੁਣ ਤੁਸੀਂ ਰੋਡ 'ਤੇ ਜਾ ਰਹੇ ਆ, ਸੜਕ 'ਤੇ ਜਾ ਰਹੇ ਆ, ਤੁਹਾਨੂੰ ਲੱਗਦਾ ਵੀ ਕੋਈ ਚੀਜ਼ ਇੱਥੇ ਰੁਕਾਵਟ ਖੜੀ ਕਰ ਰਹੀ ਹੈ, ਇਹਦੇ ਨਾਲ ਕਿਸੇ ਦਾ, ਹੁਣ ਫਰਜ਼ ਕਰੋ ਕੋਈ ਰਾਹ ਦੇ ਵਿੱਚ ਰੋੜਾ ਪਿਆ ਹੈ, ਵੱਟਾ ਪਿਆ ਹੈ, ਇੱਟ ਪਈ ਆ, ਤਾਂ ਆਪਾਂ ਦੇਖਦੇ ਹਾਂ ਮੋਟਰਸਾਈਕਲ, ਕਾਰਾਂ, ਸਕੂਟਰ ਆਉਂਦੇ ਆ। ਕਈ ਵਾਰੀ ਕਿਸੇ ਬੰਦੇ ਦਾ ਧਿਆਨ ਆਸੇ ਪਾਸੇ ਹੋ ਸਕਦਾ, ਮੋਟਰਸਾਈਕਲ ਉਹਦੇ ਵਿੱਚ ਵੱਜ ਕੇ ਜਾਂ ਸਾਈਕਲ ਵੱਜ ਕੇ, ਜਾਂ ਕੋਈ ਬਜ਼ੁਰਗ ਤੁਰਿਆ ਜਾਂਦਾ ਜਿਹਦੀ ਨਿਗਾਹ ਘੱਟ ਆ, ਉਹਦੇ ਵਿੱਚ ਫਸ ਕੇ ਡਿੱਗ ਸਕਦਾ ਨਾ। ਤਾਂ ਇੱਦਾਂ ਅਸੀਂ ਰਸਤੇ ਨੂੰ ਸਾਫ਼ ਰੱਖਣਾ, ਆਪਣੇ ਘਰ ਦੀ, ਆਪਣੇ ਆਲੇ ਦੁਆਲੇ ਦੀ, ਆਂਢ ਗੁਆਂਢ ਦੀ ਸਾਫ਼ ਸਫਾਈ ਦਾ ਖਿਆਲ ਰੱਖਣਾ, ਬਜ਼ੁਰਗਾਂ ਦੀ ਸੇਵਾ, ਬਜ਼ੁਰਗਾਂ ਨੂੰ ਹਰ ਥਾਂ 'ਤੇ ਮਾਤਾ ਪਿਤਾ ਦੇ ਸਮਾਨ ਸਮਝਣਾ, ਵੱਡਿਆਂ ਦੀ ਸੇਵਾ ਦੇ ਵਿੱਚ ਤਤਪਰ ਰਹਿਣਾ। ਆਪਾਂ ਜੇ ਰਸਤੇ ਵਿੱਚ ਆਪਾਂ ਨੂੰ ਕਿਤੇ ਵੀ ਜਾਂ ਆਂਢ ਗੁਆਂਢ ਕਿਤੇ ਵੀ ਕੋਈ ਆਪਾਂ ਨੂੰ ਬਜ਼ੁਰਗ ਦਿਸਦਾ ਵੀ ਇਹ ਪ੍ਰੋਬਲਮ ਦੇ ਵਿੱਚ ਆ, ਇਹਨੂੰ ਕੋਈ ਮੁਸ਼ਕਲ ਆ, ਤੇ ਆਪਾਂ ਮਤਲਬ ਬਿਨਾਂ ਕਿਸੇ ਵਿਤਕਰੇ ਦੀ ਉਹਦੀ ਹੈਲਪ ਕਰੀਏ। ਇੱਦਾਂ ਹੀ ਤੁਸੀਂ ਕਲਾਸ ਵਿੱਚ ਪੜ੍ਹਦੇ ਆ, ਤੁਸੀਂ ਆਪਸ ਵਿੱਚ ਸਾਰੇ ਦੋਸਤ ਮਿੱਤਰ ਹੈ ਇੱਕ ਦੂਸਰੇ ਦੇ, ਤਾਂ ਤੁਹਾਨੂੰ ਲੱਗਦਾ ਕਿ ਅੱਜ ਕੋਈ ਬੱਚਾ ਰੋਟੀ ਨਹੀਂ ਲੈ ਕੇ ਆਇਆ, ਖਾਣਾ ਨਹੀਂ ਲੈ ਕੇ ਆਇਆ,
ਤਾਂ ਹੁਣ ਜਦੋਂ ਬਾਕੀ ਬੱਚੇ ਖਾਣਗੇ ਤਾਂ ਭੁੱਖ ਤਾਂ ਉਹਨੂੰ ਵੀ ਲੱਗੂਗੀ ਨਾ। ਹੋ ਸਕਦਾ ਉਹਦੀ ਘਰ ਦੀ ਕੋਈ ਮਜਬੂਰੀ ਹੋਵੇ, ਹੋ ਸਕਦਾ ਉਹ ਗਲਤੀ ਦੇ ਨਾਲ ਆਪਣਾ ਟਿਫਨ ਘਰ ਰਹਿ ਗਿਆ ਹੋਵੇ, ਜਾਂ ਉਹਦੀ ਖਾਣਾ ਨਾ ਤਿਆਰ ਕਰ ਸਕੀ ਹੋਵੇ। ਇੱਦਾਂ ਥੋੜ੍ਹੀ ਆਪਾਂ ਨੂੰ ਪਤਾ ਵੀ ਕਾਰਨ ਕੀ ਸੀ। ਤਾਂ ਉੱਥੇ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਜਿਹੜਾ ਗੁਰਬਾਣੀ ਦਾ ਸਿਧਾਂਤ ਆ ਵੰਡ ਕੇ ਛਕਣਾ। ਵੰਡ ਕੇ ਛਕਣ ਦਾ ਮਤਲਬ ਹੁੰਦਾ ਵੀ ਆਪਾਂ ਸਾਰਿਆਂ ਨੇ ਆਪਸ ਵਿੱਚ ਵੀ ਵੰਡ ਕੇ ਛਕਣਾ। ਕਿਸੇ ਬੱਚੇ ਦੇ ਕੋਲ ਕਾਪੀ ਨਹੀਂ ਹੈਗੀ, ਕਿਸੇ ਬੱਚੇ ਕੋਲ ਪੈਨਸਲ ਨਹੀਂ ਹੈਗੀ, ਕਿਸੇ ਬੱਚੇ ਦੀ ਕੋਈ ਚੀਜ਼ ਘਰ ਰਹਿ ਗਈ ਆ, ਕੋਈ ਪ੍ਰੋਬਲਮ ਆ ਗਈ ਆ, ਤੇ ਆਪਾਂ ਰਲ ਮਿਲ ਕੇ ਸਾਰੇ ਜਣੇ ਇੱਕ ਦੂਸਰੇ ਦੀ ਹੈਲਪ ਕਰੀਏ। ਸਾਡੇ ਤੋਂ ਜਿਹੜਾ ਬੱਚਾ ਪਿੱਛੇ ਰਹਿ ਰਿਹਾ ਆ, ਉਹਨੂੰ ਪੜ੍ਹਾਈ ਦੇ ਵਿੱਚ ਕਮਜ਼ੋਰ ਆ, ਉਹਦੀ ਮਦਦ ਕਰੀਏ, ਉਹਦੀ ਹੈਲਪ ਕਰੀਏ, ਉਹਨੂੰ ਮੈਥਡ ਦੱਸੀਏ, ਫਾਰਮੂਲੇ ਦੱਸੀਏ, ਆਪ ਵੀ ਚੇਤਨ ਹੋਈਏ, ਬਾਕੀ ਦੀਆਂ ਨੂੰ। ਕਲਾਸ ਵਿੱਚ ਕਈ ਬੱਚੇ ਇੱਦਾਂ ਦੇ ਹੁੰਦੇ ਜਿਹੜੇ ਸ਼ਰਾਰਤੀ ਹੁੰਦੇ ਆ, ਉਹ ਆਪ ਵੀ ਡਿਸਟਰਬ ਹੁੰਦੇ ਆ, ਉਹ ਸਾਰੀ ਕਲਾਸ ਨੂੰ ਵੀ ਡਿਸਟਰਬ ਕਰਦੇ ਆ। ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਉਹਨੂੰ ਪਿਆਰ ਨਾਲ ਸਮਝਾਈਏ, ਉਹਨੂੰ ਦੱਸੀਏ ਵੀ ਆਪਾਂ ਇੱਥੇ ਪੜ੍ਹਨ ਵਾਸਤੇ ਆਏ ਹਾਂ, ਆਪਾਂ ਸਿੱਖਣ ਵਾਸਤੇ ਆਏ ਹਾਂ। ਜਿੱਥੇ ਕਿਤੇ ਉਹਨੂੰ ਮੁਸ਼ਕਲ ਆ ਰਹੀ ਆ ਉਹਦੀ ਹੈਲਪ ਕਰੀਏ। ਠੀਕ ਹੈ ਜੀ। ਨਕਲ ਨਹੀਂ ਮਾਰਨੀ, ਕਿਸੇ ਦਾ ਹੱਕ ਨਹੀਂ ਮਾਰਨਾ। ਜੇ ਆਪਾਂ ਨਕਲ ਮਾਰਦੇ ਹਾਂ ਨਾ, ਧਿਆਨ ਦਿਓ, ਜਦੋਂ ਆਪਾਂ ਨਕਲ ਮਾਰ ਕੇ ਪਾਸ ਹੁੰਦੇ ਹਾਂ ਤੇ ਆਪਾਂ ਸਮਝ ਲਓ ਕਿਸੇ ਦਾ ਹੱਕ ਮਾਰ ਰਹੇ ਹਾਂ। ਕਿੱਦਾਂ ਮਾਰ ਰਹੇ ਹਾਂ ਨਕਲ? ਹੁਣ ਉਹ ਬੱਚੇ ਨੇ ਸਾਰਾ ਸਾਲ ਮਿਹਨਤ ਕੀਤੀ, ਮਿਹਨਤ ਕਰਕੇ ਉਹ ਪੇਪਰ ਕਰ ਰਿਹਾ, ਮੈਂ ਸਾਰਾ ਸਾਲ ਪੜ੍ਹਿਆ ਨਹੀਂ, ਮੈਂ ਉਹਦੀ ਨਕਲ ਮਾਰ ਕੇ ਵਧੀਆ ਨੰਬਰ ਲੈ ਕੇ ਪਾਸ ਹੋ ਜਾਣਾ ਜਾਂ ਉਹਦੇ ਬਰਾਬਰ ਚਲੇ ਜਾਣਾ, ਤਾਂ ਹੁਣ ਉਹ ਇਨਾਮ ਦਾ ਹੱਕਦਾਰ ਤੇ ਉਹ ਸੀ ਨਾ, ਪਰ ਇਨਾਮ ਮੈਨੂੰ ਮਿਲ ਗਿਆ, ਮੈਂ ਉਹਦਾ ਹੱਕ ਮਾਰ ਲਿਆ ਨਾ। ਇੱਦਾਂ ਹੀ ਜਦੋਂ ਸਾਨੂੰ ਨੌਕਰੀਆਂ ਮਿਲਦੀਆਂ ਉੱਥੇ ਵੀ ਅਸੀਂ ਇੱਦਾਂ ਕਰਦੇ ਹਾਂ, ਅਸਰ ਸੂਤ ਵਰਤਦੇ ਹਾਂ, ਉੱਥੇ ਫਰਮਾਇਸ਼ਾਂ ਪਾਉਂਦੇ ਹਾਂ, ਜਾਂ ਉੱਥੇ ਪੈਸੇ ਦੇ ਨਾਲ ਅਸੀਂ ਦੂਸਰੇ ਦਾ ਜਿਹੜੀ ਜਿਹਨਾਂ ਕੋਲ ਡਿਗਰੀਆਂ, ਡਿਪਲੋਮੇ, ਪੜ੍ਹਾਈਆਂ, ਨੰਬਰ ਜ਼ਿਆਦਾ ਪਰਸੈਂਟੇਜ ਹੁੰਦੀ ਆ, ਮੈਰਿਟ ਦੇ ਉੱਪਰ ਹੁੰਦੇ ਆ, ਉਹ ਵਿਚਾਰੇ ਰਹਿ ਜਾਂਦੇ ਆ। ਜਿਹੜੇ ਅਸਰ ਸੂਤ ਵਾਲੀ ਬੜੇ ਪੈਸੇ ਵਾਲੇ ਹੁੰਦੇ ਆ, ਉਹ ਨੌਕਰੀਆਂ ਲੈ ਜਾਂਦੇ ਆ। ਸੋ ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਆ, ਜਿਨ੍ਹਾਂ ਦਾ ਆਪਾਂ ਪੁਰਬ ਮਨਾ ਰਹੇ ਹਾਂ, ਖਾਲਸਾ ਪੰਥ ਦਾ ਸਾਜਨਾ ਦਿਵਸ। ਜਦੋਂ ਆਪਾਂ ਇਹ ਸਮਝਾਂਗੇ ਕਿ ਇਹ ਵੀ ਮੇਰਾ ਭਰਾ ਆ, ਮੈਂ ਇਹਦਾ ਹੱਕ ਨਹੀਂ ਮਾਰਨਾ, ਮੈਂ ਇਹਦੇ ਨਾਲ ਮਾੜਾ ਵਰਤਾਓ ਨਹੀਂ ਕਰਨਾ, ਇਹਨੂੰ ਆਪਣੇ ਬਰਾਬਰ ਖੜਾ ਕਰਨਾ, ਫਿਰ ਇਹ ਸਾਰੀਆਂ ਗੱਲਾਂ ਆਪਣੇ ਆਪ ਸਹੀ ਹੋ ਜਾਣਗੀਆਂ। ਸੋ ਜ਼ਿਆਦਾ ਸਮਾਂ ਮੈਂ ਨਾ ਲਵਾਂ। ਆਪਾਂ ਇੱਕ ਤੇ ਵਿਸਾਖੀ ਦੇ ਮਹੱਤਵ ਨੂੰ ਵਿਸ਼ੇਸ਼ ਤੌਰ ਤੇ ਸਮਝਣਾ ਸੀ, ਕਿਉਂਕਿ ਕੱਲ੍ਹ ਨੂੰ ਥੋੜ੍ਹਾ ਜਿਹਾ ਧਿਆਨ ਦਿਓ ਇੱਧਰਲੇ ਪਾਸੇ। ਕੱਲ੍ਹ ਨੂੰ ਜਿਹੜੇ ਮੇਨ ਸਮਾਗਮ ਹੋ ਰਹੇ ਆ ਉਹ ਗੁਰਦੁਆਰਾ ਵੇਦ ਸਾਹਿਬ ਵਿਖੇ, ਜਿੱਥੇ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਚੱਲ ਰਹੇ ਆ, ਉਸ ਤੋਂ ਬਾਅਦ ਵਿੱਚ ਦੀਵਾਨ ਸੱਜਣਗੇ, ਢਾਡੀ ਵਾਰਾਂ ਢਾਡੀ ਦੀਵਾਨ ਸੱਜੂਗਾ। ਪਰ ਉਹ ਹੋ ਸਕਦਾ ਕਿ ਉਹ ਸਾਡੀ ਲੈਵਲ ਦੀਆਂ ਗੱਲਾਂ ਨਾ ਹੋਣ, ਕਿਉਂਕਿ ਆਪਾਂ ਬੱਚੇ ਆ। ਹੁਣ ਆਪਾਂ ਤੇ ਛੋਟੀਆਂ ਛੋਟੀਆਂ ਸਾਖੀਆਂ ਦੇ ਨਾਲ ਸਮਝਦੇ ਆ ਨਾ, ਹੁਣ ਉੱਥੇ ਇਤਿਹਾਸਕ ਵਿਚਾਰਾਂ ਹੋਣੀਆਂ, ਹੋ ਸਕਦਾ ਸਾਡੀ ਸਮਝ ਵਿੱਚ ਨਾ ਆਉਣ, ਤੇ ਆਪਾਂ ਕਿਉਂਕਿ ਕਲਾਸਾਂ ਦੇ ਵਿੱਚ ਇਕੱਠੇ ਹੁੰਦੇ ਆ, ਇਸ ਕਰਕੇ ਸਾਡਾ ਫਰਜ਼ ਬਣਦਾ ਸੀ ਕਿ ਤੁਹਾਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਜਾਏ। ਤੇ ਦੂਸਰਾ ਜਿਹੜਾ ਆਪਣਾ ਪ੍ਰੋਗਰਾਮ ਸੀਗਾ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਆਪਣੇ ਵੱਡੇ ਵੀਰ ਨਵਦੀਪ ਸਿੰਘ ਰਿੰਕੂ ਸੰਧੂ ਭਾਜੀ, ਜਿਹੜੇ ਨਾਲ ਆਪਣੇ ਮੋਢੇ ਤੇ ਮੋਢਾ ਜੋੜ ਕੇ ਭਾਵੇਂ ਵਿਦੇਸ਼ਾਂ ਵਿੱਚ ਬੈਠੇ ਆ, ਪਰ ਸਾਡੇ ਨਾਲ ਪੂਰਾ ਜੁੜੇ ਹੋਏ ਆ, ਸਾਡੀ ਹਰ ਤਰ੍ਹਾਂ ਹੈਲਪ ਕਰ ਰਹੇ ਆ। ਸਾਨੂੰ ਸਾਰਿਆਂ ਬੱਚਿਆਂ ਨੂੰ ਤੁਹਾਨੂੰ ਉਤਸ਼ਾਹਿਤ ਕਰਨ ਵਾਸਤੇ ਸਮੇਂ ਸਮੇਂ ਸਿਰ ਉਹ ਉਪਰਾਲੇ ਕਰਦੇ ਆ। ਜੋ ਵੀ ਆਪਾਂ ਸਾਧਨ ਵਰਤ ਰਹੇ ਆ, ਤੁਹਾਨੂੰ ਇੱਥੇ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ, ਉਹਨਾਂ ਵਿੱਚ ਬੜਾ ਵੱਡਾ ਯੋਗਦਾਨ ਉਹਨਾਂ ਦੀ ਟੀਮ ਦਾ, ਸਾਰੀ ਟੀਮ ਦਾ। ਤੇ ਅੱਜ ਉਹ ਵੱਡੇ ਭਾਜੀ ਉਹਨਾਂ ਦਾ ਜਨਮ ਦਿਨ ਆ, ਤੇ ਆਪਾਂ ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ। ਕੜਾਹ ਪ੍ਰਸ਼ਾਦੀ ਦੇਗ ਵੀ ਸੱਜ ਕੇ ਆਈ ਆ, ਤੇ ਅਰਦਾਸ ਬੇਨਤੀ ਵਿੱਚ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸਰੀਰਕ ਤੰਦਰੁਸਤੀ, ਗੁਰਸਿੱਖੀ ਜੀਵਨ ਨਾਲ ਪਿਆਰ, ਚੜ੍ਹਦੀ ਕਲਾ ਵਾਸਤੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਵੀ ਕਰਾਂਗੇ ਕਿ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਹੋਰ ਬਲ ਮਦਦ ਉਤਸ਼ਾਹ ਬਖਸ਼ਿਸ਼ ਕਰਕੇ ਜਿਹੜੀ ਸੇਵਾ ਉਹਨਾਂ ਨੇ ਲਈ ਆ, ਜਾਂ ਜਿਹੜੇ ਉਹਨਾਂ ਦੇ ਮਨ ਦੇ ਸੁਪਨੇ ਆ, ਜਾਂ ਜੋ ਉਹ ਕਰਨਾ ਚਾਹੁੰਦੇ ਆ, ਅਸੀਂ ਉਹਨੂੰ ਸਮਝ ਸਕੀਏ ਤੇ ਅਸੀਂ ਆਪਣਾ ਬਣਦਾ ਯੋਗਦਾਨ ਉਹਦੇ ਵਿੱਚ ਪਾ ਕੇ ਉਹਨਾਂ ਦੀ ਮਿਹਨਤ ਨੂੰ ਜਿਹੜਾ ਉਹ ਚਾਰ ਚੰਨ ਲਾਉਣ ਦਾ ਯਤਨ ਕਰੀਏ। ਸੋ ਮੈਂ ਇਸ ਸੋਸ਼ਲ ਮੀਡੀਆ ਦੇ ਰਾਹੀਂ ਰਿੰਕੂ ਭਾਜੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਉਹਨਾਂ ਦੇ ਸਾਰੇ ਪਰਿਵਾਰ ਨੂੰ, ਉਹਨਾਂ ਦੇ ਬੱਚਿਆਂ ਨੂੰ ਵੀ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਬਹੁਤ ਬਹੁਤ ਵਧਾਈ ਹੋਵੇ। ਬੱਚਿਆਂ ਵੱਲੋਂ, ਸੰਗਤ ਵੱਲੋਂ, ਸਾਰਿਆਂ ਵੱਲੋਂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਚੜ੍ਹਦੀ ਕਲਾ ਦਾ ਨਿਦਾਨ ਦੀ ਬਖਸ਼ਿਸ਼ ਕਰਨ। ਤੇ ਹੁਣ ਮੈਂ ਬੇਨਤੀ ਕਰੂੰਗਾ, ਕੋਈ ਹੋਰ ਮੇਰਾ ਵੀਰ ਅਗਰ ਕੋਈ ਦੋ ਸ਼ਬਦ ਕਹਿਣੇ ਚਾਹੁੰਦਾ ਤੇ ਉਹ ਬੱਚਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਉਸ ਤੋਂ ਬਾਅਦ ਵਿੱਚ ਫਿਰ ਜੋ ਆਪਣੇ ਵੱਡੇ ਵੀਰ ਰਿੰਕੂ ਭਾਜੀ ਉਹਨਾਂ ਨੇ ਉਪਰਾਲਾ ਕੀਤਾ ਹੈ, ਅੱਜ ਤੁਹਾਨੂੰ ਬੱਚਿਆਂ ਨੂੰ ਆਪਣੇ ਜਨਮ ਦਿਨ ਦੇ ਉੱਤੇ ਕੁਝ ਖਾਸ ਤੋਹਫੇ ਦੇਣ ਵਾਸਤੇ ਉਹਨਾਂ ਨੇ ਪ੍ਰੋਗਰਾਮ ਲਿਖਿਆ ਸੀ, ਤੇ ਉਹ ਜਿਹੜੀ ਉਹਨਾਂ ਨੇ ਤੁਹਾਡੇ ਵਾਸਤੇ ਪ੍ਰਾਈਜ਼ ਵਗੈਰਾ ਭੇਜੇ ਆ, ਆਪਾਂ ਪ੍ਰਾਈਜ਼ ਦੇ ਕੇ ਬੱਚਿਆਂ ਨੂੰ ਸਨਮਾਨਿਤ ਕਰਾਂਗੇ। ਸੋ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਇਸ ਤੋਂ ਪਹਿਲਾਂ ਭਾਈ ਸਾਹਿਬ ਨੇ ਬਹੁਤ ਸੋਹਣਾ ਸਾਨੂੰ ਵਿਸਾਖੀ ਬਾਰੇ ਦੱਸਿਆ। ਸਾਰੇ ਬੱਚਿਆਂ ਨੇ ਧਿਆਨ ਨਾਲ ਸੁਣਿਆ ਵੀ ਅੱਜ ਨਗਰ ਕੀਰਤਨ ਸੀ, ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ। ਆਪਾਂ ਸਾਰੇ ਨਗਰ ਕੀਰਤਨ ਵਿੱਚ ਕਿਉਂ ਸ਼ਾਮਲ ਹੁੰਦੇ ਹਾਂ, ਕੱਲ੍ਹ ਨੂੰ ਗੁਰਪੁਰਬ ਹੈ ਵਿਸਾਖੀ ਦਾ, ਉਹ ਕਿਉਂ ਮਨਾਇਆ ਜਾਣਾ। ਤੁਸੀਂ ਸਾਰੇ ਬੱਚੇ ਨੇ ਧਿਆਨ ਨਾਲ ਸੁਣਿਆ ਹੈ ਨਾ। ਕੋਈ ਵੀ ਤੁਹਾਨੂੰ ਪੁੱਛੇ ਵੀ ਅੱਜ ਆਪਾਂ ਕਿਉਂ ਇਕੱਠੇ ਹੋਏ ਆ, ਤੁਸੀਂ ਫੱਟ ਜਵਾਬ ਦੇ ਸਕਦੇ ਹੋ ਕਿ ਗੁਰਦੁਆਰੇ ਆਉਂਦੇ ਹਾਂ, ਅਸੀਂ ਸਿੱਖਿਆ ਲੈਂਦੇ ਹਾਂ, ਸਾਨੂੰ ਕੁਛ ਨਾ ਕੁਛ ਉੱਥੇ ਪ੍ਰਾਪਤ ਹੋ ਰਿਹਾ, ਅਸੀਂ ਕੁਛ ਨਾ ਕੁਛ ਸਿੱਖ ਕੇ ਆਉਂਦੇ ਹਾਂ। ਇਸ ਕਰਕੇ ਦੂਜੇ ਬੱਚੇ ਵੀ ਤੁਹਾਡੀ ਰੀਸ ਕਰਕੇ ਉੱਥੇ ਗੁਰਦੁਆਰੇ ਪਹੁੰਚਣਗੇ, ਉਹਨਾਂ ਦੇ ਮਾਂ ਪਿਓ ਵੀ ਭੇਜਣਗੇ ਕਿ ਬੱਚੇ ਜਾ ਕੇ ਕੁਛ ਨਾ ਕੁਛ ਸਿੱਖਦੇ, ਇਹਨਾਂ ਨੂੰ ਪਤਾ ਲੱਗਦਾ ਕਿ ਇਹ ਗੱਲਾਂ ਦਾ ਜਵਾਬ ਵਧੀਆ ਦੇ ਰਹੇ ਹਨ ਨਾ। ਬਾਕੀ ਦੂਜੇ ਨੰਬਰ 'ਤੇ ਸਾਡੇ ਛੋਟੇ ਵੀਰ ਰਿੰਕੂ ਭਾਜੀ ਮਨੁੱਖਤਾ ਦੀ ਸੇਵਾ ਦੇ ਮੁੱਖ ਮੈਂਬਰ ਟੀਮ ਦੇ, ਅਤੇ ਉਹਨਾਂ ਦਾ ਅੱਜ ਜਨਮ ਦਿਨ ਆ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਉਪਰਾਲੇ ਕਰ ਰਹੇ, ਮਗਰ ਦੂਜੀ ਟੀਮ ਨੂੰ ਵੀ ਲਾ ਰਹੇ ਆ। ਅਸੀਂ ਸਾਰੇ ਉਹਨਾਂ ਦੇ ਸਹਿਯੋਗ ਨਾਲ, ਉਹਨਾਂ ਦੇ ਉਤਸ਼ਾਹ ਦੇ ਨਾਲ ਹੀ ਤੁਹਾਡੀ ਸੇਵਾ ਕਰ ਰਹੇ ਹਾਂ। ਅਤੇ ਬਹੁਤ ਬਹੁਤ ਮੁਬਾਰਕਾਂ ਛੋਟੇ ਵੀਰ ਨੂੰ ਜਨਮ ਦੀਆਂ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ, ਸਾਰੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਕਰਕੇ ਗੁਰਸਿੱਖੀ ਜੀਵਨ ਦੀ ਦਾਤਨ ਵਾਜੇ। ਇਹਨਾਂ ਕੁਛ ਕਹਿੰਦੇ ਕਿ ਮਾਰੇ ਜੱਜ ਨੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿੰਨੇ ਵੀ ਬੱਚੇ ਪਿੰਡ ਖੇੜਾ ਦੁਨਾ ਸਟਰੀਟ ਗੁਰਦੁਆਰਾ ਸਾਹਿਬ ਪਹੁੰਚੇ, ਸਭ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਸਾਰੇ ਹੀ ਪਰਿਵਾਰਾਂ ਦਾ ਵੀ ਧੰਨਵਾਦ, ਤੇ ਜਿਹੜੇ ਆਪਣੇ ਬੱਚਿਆਂ ਨੂੰ ਇੱਥੇ ਸਿਖਲਾਈ ਦੇਣ ਵਾਸਤੇ ਭੇਜਦੇ ਆ। ਆਪਣੀ ਜ਼ਿੰਦਗੀ ਦੀਆਂ ਕਦਰਾਂ ਤੇ ਕੀਮਤਾਂ ਬੱਚਿਆਂ ਦੇ ਸਿੱਖਦੇ ਆ, ਸਾਨੂੰ ਬਹੁਤ ਵਧੀਆ ਲੱਗਦਾ, ਕਿਉਂਕਿ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਚੀਜ਼ਾਂ ਸਿੱਖੀਆਂ। ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਜਿੰਨੇ ਵੀ ਸਾਡੇ ਬੱਚੇ ਆ ਇਹ ਵਧੀਆ ਤਰੀਕੇ ਨਾਲ ਸਿੱਖ ਜਾਣ। ਇਹ ਸਾਡੇ ਵੱਡੇ ਵੀਰ ਰਿੰਕੂ ਸੰਧੂ ਦਾ ਬੜਾ ਸੁਪਨਾ ਆ ਕਿ ਸਾਡੇ ਜਿੰਨੇ ਵੀ ਪਿੰਡ ਦੇ ਬੱਚੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਆਪ ਨੂੰ ਇੰਨਾ ਕੁ ਸੰਭਾਲ ਲੈਣ, ਇਹਨਾਂ ਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਾ ਪਵੇ, ਇਹ ਹਰੇਕ ਬੰਦੇ ਨੂੰ ਆਪ ਸਮਝਾ ਸਕਣ। ਤੇ ਇਹ ਚੀਜ਼ਾਂ ਚੰਗੀਆਂ ਚੀਜ਼ਾਂ ਸਮਝਾਉਣ ਵਾਸਤੇ ਤੁਹਾਨੂੰ ਗੁਰਦੁਆਰਾ ਸਾਹਿਬ ਸਾਰੇ ਭੈਣ ਭਰਾ ਸਮਝਾਉਂਦੇ ਆ ਕਿ ਭਾਈ ਸਾਹਿਬ ਗਜਿੱਤਰ ਭਾਈ ਜੀ, ਸਾਡੇ ਭੈਣ ਜੀ ਹੁਣੀ, ਤੇ ਬਾਕੀ ਹੋਰ ਵੀ ਜਿੰਨੇ ਵੀਰ ਆਪਣੇ ਪਹੁੰਚਦੇ ਉਹ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ, ਕਿਉਂਕਿ ਜ਼ਿੰਦਗੀ ਦੀਆਂ ਤੁਹਾਨੂੰ ਬਹੁਤ ਚੰਗੀਆਂ ਗੱਲਾਂ ਦੱਸਦੇ ਆ। ਤੇ ਸਾਰਾ ਉਪਰਾਲਾ ਸਾਡੇ ਵੱਡੇ ਵੀਰ ਰਿੰਕੂ ਸੰਧੂ ਵੱਲੋਂ ਸ਼ੁਰੂਆਤ ਕੀਤੀ ਗਈ, ਤੇ ਬਾਕੀ ਜਿੰਨੇ ਵੀ ਸਾਡੇ ਨਾਲ ਟੀਮ ਮੈਂਬਰ ਆ ਸਾਰੇ ਰਲ ਮਿਲ ਕੇ ਸਾਥ ਦਿੰਦੇ ਆ। ਤੇ ਕਿਉਂਕਿ ਸ਼ੁਰੂਆਤ ਹਰੇਕ ਚੀਜ਼ ਦੀ ਕਰਨੀ ਬਹੁਤ ਔਖੀ ਆ, ਤੇ ਉਹਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਲਿਜਾਣਾ ਬੜਾ ਔਖਾ ਆ। ਤੇ ਧੰਨਵਾਦ ਕਰਦੇ ਆ ਵੱਡੇ ਵੀਰ ਰਿੰਕੂ ਸੰਧੂ ਦਾ, ਜਿਨ੍ਹਾਂ ਨੇ ਸਾਨੂੰ ਹਿੰਮਤ ਤੇ ਬਲ ਦਿੱਤਾ ਹੋਇਆ, ਤੇ ਜਿਹਦੇ ਨਾਲ ਅਸੀਂ ਉਹਨਾਂ ਦੇ ਹੌਸਲੇ ਨਾਲ ਹੀ ਇੱਥੇ ਪਹੁੰਚ ਕਰਦੇ ਆ। ਤੇ ਬਾਕੀ ਤੁਹਾਡਾ ਹੌਸਲਾ ਮਿਲ ਜਾਂਦਾ ਸਾਰੇ ਬੱਚਿਆਂ ਦਾ, ਤੇ ਭੈਣ ਭਰਾਵਾਂ ਦਾ, ਪਰਿਵਾਰਾਂ ਦਾ, ਤੇ ਜਿਨ੍ਹਾਂ ਨਾਲ ਅਸੀਂ ਹੌਸਲੇ ਦੇ ਵਿੱਚ ਹੋ ਕੇ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ਾਂ ਸਿਖਾਉਣ ਦੀ। ਤੇ ਅੱਜ ਵੱਡੇ ਵੀਰ ਰਿੰਕੂ ਸੰਧੂ ਦਾ ਜਨਮ ਦਿਨ ਹੈ, ਤੇ ਵੱਡੇ ਵੀਰ ਨੂੰ ਬਹੁਤ ਬਹੁਤ ਵਧਾਈਆਂ। ਤੇ ਸਾਡੇ ਸਾਰੇ ਪਰਿਵਾਰ ਵੱਲੋਂ, ਇਹ ਸਾਡਾ ਪਰਿਵਾਰ ਸਾਰਾ ਹੀ, ਜਿੰਨੇ ਵੀ ਬੱਚੇ ਆ ਚਾਹੇ ਵੱਡੇ ਆਉਂਦੇ ਆ, ਤੇ ਸਾਰਿਆਂ ਵੱਲੋਂ ਵੱਡੇ ਵੀਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਵਾਹਿਗੁਰੂ ਹਮੇਸ਼ਾ ਹੀ ਭਰਾ ਨੂੰ ਸਿਹਤਮੰਦ, ਤੰਦਰੁਸਤੀਆਂ ਬਖਸ਼ੇ, ਕੰਮਾਂ ਕਾਰਾਂ 'ਚ ਤਰੱਕੀਆਂ ਬਖਸ਼ੇ, ਤੇ ਚੜ੍ਹਦੀਆਂ ਕਲਾ ਬਖਸ਼ੇ। ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਆ, ਤੇ ਕਦੀ ਤੱਤੀ ਵਾਰ ਨਾ ਲੱਗੇ ਵੀਰ ਨੂੰ। ਤੇ ਵਾਹਿਗੁਰੂ ਨੇ ਓਟ ਆਸਰੇ ਦੇ ਵਿੱਚ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਹੀ ਤੰਦਰੁਸਤੀ ਰੱਖਣ, ਤੇ ਆਪਦੇ ਵਾਹਿਗੁਰੂ ਜੀ ਉਹਨਾਂ ਦੇ ਹਮੇਸ਼ਾ ਹੀ ਅੰਗ ਸਹਾਈ ਰਹੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਟਾ ਜੀ, ਹੁਣ ਆਪਾਂ ਜੋ ਸਨਮਾਨ ਗਿਫਟ ਉਹਨਾਂ ਨੇ ਭੇਜੀ ਸੀ ਤੁਹਾਡੇ ਵਾਸਤੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ, ਉਹ ਸਾਰੇ ਬੱਚਿਆਂ ਦੇ ਵਿੱਚ ਆਪਾਂ ਡਿਵਾਈਡ ਕਰਾਂਗੇ, ਵੰਡਾਂਗੇ, ਸਾਰਿਆਂ ਨੂੰ ਗਿਫਟ ਦਿਆਂਗੇ। ਤੇ ਦੂਸਰੀ ਬੇਨਤੀ ਮੈਂ ਇੱਕ ਹੋਰ ਵੀ ਕਰਨੀ ਸੀ ਕਿ ਜਿੰਨੇ ਬੱਚੇ ਅੱਗੇ ਆਪਣੀਆਂ ਕਲਾਸਾਂ ਵਿੱਚ ਆਉਂਦੇ ਆ, ਜਦੋਂ ਤੁਸੀਂ ਰੂਟੀਨ ਦੇ ਵਿੱਚ ਕਿੱਦਾਂ ਜੁੜੇ ਰਹੋਗੇ। ਮੇਰੇ ਕੋਲ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਨੇ ਅਪਰੋਚ ਕੀਤੀ ਆ, ਉਹਨਾਂ ਦੇ ਮੇਰੇ ਕੋਲ ਸੁਨੇਹੇ ਵੀ ਆਏ ਆ, ਮੈਨੂੰ ਖੁਦ ਵੀ ਮਿਲੇ ਆ ਬੱਚੇ ਪੇਰੈਂਟਸ, ਉਹਨਾਂ ਦੇ ਮਾਤਾ ਪਿਤਾ, ਕਿ ਸਾਡੇ ਬੱਚਿਆਂ ਨੂੰ ਨਾਲ ਨਾਲ ਗੁਰਬਾਣੀ ਕੀਰਤਨ ਦੀ ਸਿੱਖਿਆ ਜਾਂ ਗੁਰਮਤਿ ਦੀ ਸਿੱਖਿਆ ਜਿਹੜੀ ਆ, ਗੁਰਬਾਣੀ ਦੇ ਪਾਠ ਵੀ ਸਿਖਾਏ ਜਾਣ। ਬੇਟੇ, ਜਦੋਂ ਤੁਸੀਂ ਪੰਜਾਬੀ ਭਾਸ਼ਾ ਸਿੱਖ ਲਈ ਨਾ, ਪੰਜਾਬੀ ਭਾਸ਼ਾ ਦੀਆਂ ਵਿਆਕਰਣ ਦੀਆਂ ਮਾਤਰਾਵਾਂ ਆਦਿਕ ਦੇ ਉਚਾਰਨ ਤੁਸੀਂ ਸਹੀ ਤਰੀਕੇ ਨਾਲ ਸਿੱਖ ਲੈ, ਫਿਰ ਗੁਰਬਾਣੀ ਪੜ੍ਹਨੀ ਕੋਈ ਬਹੁਤੀ ਔਖੀ ਨਹੀਂ ਲੱਗੂਗੀ। ਨਾਲ ਨਾਲ ਆਪਾਂ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਸਿੰਪਲੀ
ਕੁਝ ਬੱਚੇ ਜਿਹੜੇ ਆਲਰੇਡੀ ਪੰਜਾਬੀ ਜਾਣਦੇ ਆ, ਕੁਝ ਬੱਚਿਆਂ ਨੂੰ ਮੁਸ਼ਕਲ ਆ ਰਹੀ ਹੈ ਹਲੇ, ਕਿਉਂਕਿ ਉਹ ਗੌਰਮੈਂਟ ਸਕੂਲਾਂ 'ਚ ਪੜ੍ਹਦੇ ਆ, ਉੱਥੇ ਪੰਜਾਬੀ ਨੂੰ ਸੈਕੰਡ ਦਰਜਾ ਜਾਂ ਥਰਡ ਦਰਜਾ ਜਿਹੜਾ ਉੱਥੇ ਦਿੱਤਾ ਜਾਂਦਾ। ਤਾਂ ਇਹ ਥੋੜ੍ਹਾ ਜਿਹਾ ਪ੍ਰੋਸੈਸ ਲੰਮਾ ਹੈ, ਮਤਲਬ ਇਹ ਜਿਹੜਾ ਵੀ ਜੋ ਆਪਾਂ ਚਲਾ ਰਹੇ ਹਾਂ, ਆਪਣਾ ਜਿਹੜਾ ਸਿਸਟਮ ਚਲਾ ਰਹੇ ਹਾਂ, ਇਹ ਥੋੜ੍ਹਾ ਜਿਹਾ ਲੰਮਾ ਪ੍ਰੋਸੈਸ ਆ। ਇਹਦੇ 'ਚ ਜੇ ਆਪਾਂ ਕਹੀਏ ਵੀ 2-4 ਮਹੀਨਿਆਂ ਦੇ ਵਿੱਚ ਜਾਂ ਸਾਲ ਦੇ ਵਿੱਚ ਆਪਣੇ ਬੱਚੇ ਜਿਹੜੇ ਇੱਕਦਮ ਨਿਪੁੰਨ ਹੋ ਜਾਣ, ਨਹੀਂ, ਇਹਨੂੰ ਸਮਾਂ ਲੱਗਦਾ। ਮਤਲਬ ਕਿਸੇ ਵੀ ਚੀਜ਼ ਨੂੰ ਉਹਦੇ 'ਚ ਪਰਫੈਕਟ ਹੋਣ ਲਈ, ਨਿਪੁੰਨ ਹੋਣ ਵਾਸਤੇ ਸਮਾਂ ਲੱਗਦਾ, ਮਿਹਨਤ ਕਰਨੀ ਪੈਂਦੀ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਬੜੀਆਂ ਸੌਖੀਆਂ ਗੱਲਾਂ ਆਪਾਂ ਸਿੱਖਣੀਆਂ, ਗੁਰਬਾਣੀ ਦੇ ਵਿੱਚ ਉਹਨਾਂ ਦੇ ਦ੍ਰਿਸ਼ਟਾਂਤ ਵੀ ਮਿਲਦੇ ਆ, ਉਹਨਾਂ ਨੂੰ ਸਰਲ ਬਣਾ ਕੇ ਆਪਾਂ ਆਪਣੇ ਜੀਵਨ 'ਚ ਲੈ ਕੇ ਆਉਣਾ। ਬੜੇ ਧਿਆਨ ਦਿਓ ਸਾਰੇ। ਕਿਸਾਨ ਜਦੋਂ ਫਸਲ ਬੀਜਦਾ ਨਾ, ਤੇ ਬੀਜ ਦੇ ਵਿੱਚੋਂ ਸਿੱਧਾ ਹੀ ਕਦੇ ਸਿੱਟਾ ਬੀਜ ਨੂੰ ਲੱਗਿਆ ਨਹੀਂ ਲੱਗਦਾ ਨਾ। ਕਿੰਨੀ ਮਿਹਨਤ ਕਰਨੀ ਪੈਂਦੀ ਆ। ਪਹਿਲਾਂ ਕਿਸਾਨ ਆਪਣੀ ਉਹ ਪੈਲੀ ਨੂੰ ਵਾਹੁੰਦਾ, ਚੰਗੀ ਤਰ੍ਹਾਂ ਤਿਆਰ ਕਰਦਾ, ਫਿਰ ਉਹਦੇ 'ਚ ਬੀਜ ਬੀਜਦਾ, ਫਿਰ ਬੀਜ ਨੂੰ ਬੱਤਰ ਮਿਲਦਾ, ਉਹ ਉੱਗਦਾ। ਉੱਗਣ ਤੋਂ ਬਾਅਦ ਵਿੱਚ ਫਿਰ ਉਹਦੀ ਸਾਂਭ ਸੰਭਾਲ ਕੀਤੀ ਜਾਂਦੀ, ਉਹਨੂੰ ਕੀੜਿਆਂ ਮਕੌੜਿਆਂ ਤੋਂ, ਜਾਨਵਰਾਂ ਤੋਂ, ਫਿਰ ਨਦੀਨ ਜਿਹੜੇ ਵਿੱਚ ਫਾਲਤੂ ਦੇ ਜਿਹੜੇ ਉੱਗਦੇ ਆ ਬੂਟੇ, ਘਾਹ ਫੂਸ ਆਦਿ, ਉਹਦੇ ਤੋਂ ਬਚਾਉਂਦਾ, ਫਿਰ ਪਸ਼ੂਆਂ ਤੋਂ ਬਚਾਉਂਦਾ, ਰਾਖੀ ਕਰਦਾ, ਉਹਨਾਂ ਦੀ ਸਪਰੇਆਂ ਕਰਦਾ, ਪਾਣੀ ਦਿੰਦਾ, ਕਿੰਨਾ ਕੁਛ ਕਰਦਾ। ਫਿਰ ਕਿਤੇ ਜਾ ਕੇ ਉਹ ਫਸਲ ਜਿਹੜੀ ਆ 5-6 ਮਹੀਨੇ ਬਾਅਦ ਜਾ ਕੇ ਕਿਤੇ ਤਿਆਰ ਹੋਣੀ। ਕਣਕ ਕਦੋਂ ਦੀ ਬੀਜੀ ਹੋਈ ਆ ਅੰਦਾਜ਼ਾ ਲਾ ਲਓ। ਜਦੋਂ ਗੁਰੂ ਨਾਨਕ ਦੇਵ ਜੀ ਦਾ ਪੁਰਬ ਲੰਘਿਆ ਸੀ ਨਾ, ਆਪਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਕੇ ਹਟੇ ਆ ਨਾ ਪਿੱਛੇ ਨਵੰਬਰ ਦੇ ਵਿੱਚ, ਉਦੋਂ ਦੀ ਕਣਕ ਬੀਜੀ ਹੋਈ ਆ, ਹਿਸਾਬ ਲਾ ਲਓ। ਉਦੋਂ ਬਾਅਦ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ, ਕਿੰਨੇ ਪੁਰਬ ਆਪਾਂ ਮਨਾਏ ਆ ਨਾ। ਹੁਣ ਆਪਾਂ ਵਿਸਾਖੀ ਮਨਾ ਰਹੇ ਹਾਂ, ਤੇ ਹੁਣ ਜਾ ਕੇ ਕਿਤੇ ਕਣਕ ਤਿਆਰ ਹੋ ਗਈ ਆ। ਇੱਦਾਂ ਸਮਾਂ ਲੱਗਦਾ ਕਿਸੇ ਵੀ ਚੀਜ਼ ਨੂੰ। ਤਾਂ ਮੈਂ ਤੁਹਾਨੂੰ ਬੱਚਿਆਂ ਨੂੰ ਵੀ ਇਹ ਇਨਸਟਰਕਸ਼ਨਸ ਦਊਂਗਾ, ਹਦਾਇਤ ਕਰੂੰਗਾ ਕਿ ਪੰਜਾਬੀ ਲਿਪੀ ਆਪਾਂ ਜਿੱਥੇ ਨਾਲ ਸਿੱਖਣੀ ਆ, ਨਾਲ ਆਪਾਂ ਗੁਰਬਾਣੀ ਦਾ ਵੀ ਅਭਿਆਸ ਸ਼ੁਰੂ ਕਰਾਂਗੇ। ਤੁਹਾਨੂੰ ਵਰਬਲੀ ਮੂੰਹ ਜ਼ਬਾਨੀ ਗੁਰਬਾਣੀ ਦੇ ਪਾਠ ਡਿਸਪਲੇ ਦੇ ਉੱਤੇ ਲਿਆਣ ਕੇ ਪੜ੍ਹਾਵਾਂਗੇ। ਵਾਰੀ ਬੱਚਿਆਂ ਕੋਲੋਂ ਆਪਾਂ ਇੱਥੇ ਪਾਠ ਕਰਾਇਆ ਕਰਾਂਗੇ। ਪਹਿਲਾ ਕੰਮ ਆਪਣਾ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਸਿੱਖਣਾ, ਗੁਰਬਾਣੀ ਨੂੰ ਯਾਦ ਕਰਨਾ। ਸੈਕਿੰਡ ਕੰਮ ਆਪਣਾ ਹੈਗਾ ਵਾ ਕੀਰਤਨ, ਗੁਰਬਾਣੀ ਦਾ ਕੀਰਤਨ। ਜਦੋਂ ਗੁਰਬਾਣੀ ਦਾ ਪਾਠ ਸਾਨੂੰ ਯਾਦ ਹੋ ਗਿਆ, ਕੰਠ ਹੋ ਗਿਆ, ਉਹਦੀਆਂ ਲਗਾ ਮਾਤਰਾ ਦੀ ਸਮਝ ਆ ਗਈ, ਉਹਦੇ ਡੂੰਘੇ ਭੇਦ ਸਿਧਾਂਤ ਸਾਡੀ ਸਮਝ ਵਿੱਚ ਆ ਗਿਆ, ਫਿਰ ਕੀਰਤਨ ਦਾ ਵਿਸ਼ਾ ਸ਼ੁਰੂ ਹੁੰਦਾ। ਹੁਣ ਇਸ ਗੱਲ ਨੂੰ ਧਿਆਨ 'ਚ ਰੱਖਿਓ ਸਾਰੇ ਬੱਚੇ। ਕੀਰਤਨ ਕੋਈ ਮਹਿਜ ਮਨ ਪਰਚਾਵਾ ਨਹੀਂ ਹੈਗਾ, ਜਾਂ ਮਹਿਜ ਕੋਈ ਪ੍ਰੋਫੈਸ਼ਨਲ ਕਿੱਤਾ ਨਹੀਂ ਹੈਗਾ ਵੀ ਆਪਾਂ ਮਤਲਬ ਕਿ ਹੋ ਸਕਦਾ ਕਈਆਂ ਦੇ ਮਨ ਵਿੱਚ ਇੱਦਾਂ ਦੀ ਭਾਵਨਾ ਹੋਵੇ, ਪੇਰੈਂਟਸ ਦੇ ਮਨ ਵਿੱਚ ਵੀ ਹੋਵੇ ਵੀ ਸਾਡੇ ਬੱਚੇ ਕੀਰਤਨ ਕਰਨ ਅਤੇ ਕੀਰਤਨ ਕਰਕੇ ਉਹ ਜਿੱਦਾਂ ਰਾਗੀ ਸਿੰਘਾਂ ਨੂੰ ਆਪਾਂ ਮਾਇਆ ਆਦਿ ਦਿੰਦੇ ਆ ਵੀ ਉਹ ਉੱਦਾਂ ਦੀ ਕੋਈ ਉਪਜੀਵਕਾ ਦਾ ਸਾਧਨ ਬਣ ਜਾਵੇ। ਮੁਬਾਰਕ ਹੈ, ਉਹ ਵੀ ਮਾੜੀ ਗੱਲ ਨਹੀਂ ਹੈ, ਚਲੋ ਚੰਗੇ ਪਾਸੇ ਲੱਗ ਕੇ ਵੀ ਪੈਸੇ ਕਮਾਉਣੇ ਮਾੜੀ ਗੱਲ ਨਹੀਂ। ਪਰ ਜਿਹੜਾ ਗੁਰਬਾਣੀ ਕੀਰਤਨ ਦਾ ਮੇਨ ਮਕਸਦ ਹੁੰਦਾ ਹੈ, ਉਹ ਮਕਸਦ ਹੁੰਦਾ ਹੈ ਕਿ ਗੁਰਬਾਣੀ ਨੂੰ ਧਿਆਨ ਨਾਲ ਸੁਣ ਕੇ, ਸਮਝ ਕੇ, ਪਿਆਰ ਵਿੱਚ ਭਿੱਜ ਕੇ ਗਾਉਣਾ। ਧਿਆਨ ਨਾਲ ਬੇਟੇ, ਗੱਲਾਂ ਤੁਸੀਂ ਕਿਉਂ ਕਰਦੇ ਹੋ ਪਿੱਛੇ, ਧਿਆਨ ਨਾਲ। ਹੁਣ ਤੁਸੀਂ ਦੇਖੋ, ਕਈ ਵਾਰੀ ਨਾ ਆਪਾਂ ਬਾਥਰੂਮ 'ਚ ਜਾਂਦੇ ਆ ਨਾ, ਇਸ਼ਨਾਨ ਕਰਨ ਵਾਸਤੇ, ਨਹਾਉਣ ਵਾਸਤੇ ਜਾਂਦੇ ਆ, ਤਾਂ ਉੱਥੇ ਮਤਲਬ ਆਪਾਂ ਕਈ ਵਾਰੀ ਬੜੇ ਰੋਮਾਂਟਿਕ ਜਿਹੇ ਮੂਡ ਵਿੱਚ ਆਣ ਕੇ ਉੱਦਾਂ ਹੀ ਗਾਉਣ ਲੱਗ ਪੈਂਦੇ ਆ, ਕੋਈ ਗਾਣਾ ਜਿਹਾ ਗਾਉਣ ਲੱਗ ਪੈਂਦਾ ਨਾ ਕਈ ਵਾਰੀ। ਉਹਦਾ ਮਤਲਬ ਹੁੰਦਾ ਵੀ ਉਹ ਸਾਡੀ ਜਿਹੜੀ ਰੂਹ ਹੁੰਦੀ ਆ, ਉਹ ਪਿਆਰ ਵਿੱਚ ਭਿੱਜ ਕੇ ਆਪਣੇ ਆਪ ਸੁੱਤੇ ਸਿੱਧੋ ਚੀਜ਼ਾਂ ਨੂੰ ਗਾਉਂਦੀ ਹੈ। ਇੱਦਾਂ ਗੁਰਬਾਣੀ ਮਹਿਜ ਕੋਈ ਇੰਟਰਟੇਨਮੈਂਟ ਨਹੀਂ ਹੈਗੀ, ਸੰਗੀਤ ਦਾ ਕਾਂਗੜਾਸ ਨਹੀਂ ਹੈਗਾ। ਗੁਰਬਾਣੀ ਤੇ ਉਹਦੀ ਵਿਸਮਾਦ ਵਿੱਚ ਭਿੱਜ ਕੇ ਉਹਨੂੰ ਗਾਉਣਾ, ਮਤਲਬ ਉਹ ਚੀਜ਼ ਮੈਨੂੰ ਸਮਝ ਵਿੱਚ ਆ ਗਿਆ। ਨਹੀਂ ਤੇ ਫਿਰ ਉੱਦਾਂ ਆਪਾਂ ਅੱਗੇ ਵੀ ਸਾਡੇ ਕੋਲ ਬੱਚੇ ਬਹੁਤ ਕੀਰਤਨ ਕਰਦੇ ਰਹੇ, ਪਹਿਲਾਂ ਵੀ ਹੁਣ ਵੀ ਕੀਰਤਨ ਕਰਦੇ ਆ, ਬੜਾ ਕੁਝ ਉਹਨਾਂ ਨੇ ਸਿੱਖਿਆ ਵੀ ਆ, ਬੜੀ ਸਮਝ ਵੀ ਉਹਨਾਂ ਨੂੰ ਆਈ ਆ। ਪਰ ਜੇ ਇਕੱਲਾ ਕਹੀਏ ਵੀ ਕੀਰਤਨ ਕਰਨ ਦੇ ਨਾਲ ਹੀ ਮਤਲਬ ਅਸੀਂ ਸਫਲ ਹੋ ਜਾਵਾਂਗੇ ਜਾਂ ਕੀਰਤਨ ਸਿੱਖ ਲਿਆ ਤੇ ਸਾਡਾ ਜੀਵਨ ਸਫਲ ਹੋ ਜਾਊਗਾ, ਉਹ ਵੀ ਸਾਡਾ ਇੱਕ ਭਰਮ ਆ। ਸੋ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਕੀਰਤਨ ਨਹੀਂ ਸਿਖਾਉਣਾ, ਕੀਰਤਨ ਆਪਾਂ ਸਿੱਖਾਂਗੇ, ਸ਼ੁਰੂ ਕਰਾਂਗੇ। ਅੱਜ ਤੋਂ ਤੁਹਾਡੀਆਂ ਅਗਲੇ 1-2 ਮਹੀਨਿਆਂ ਤੱਕ ਛੁੱਟੀਆਂ ਵਗੈਰਾ ਸ਼ੁਰੂ ਹੋਣੀਆਂ, ਉਦੋਂ ਆਪਾਂ ਕੀਰਤਨ ਦੀਆਂ ਕਲਾਸਾਂ ਸ਼ੁਰੂ ਕਰ ਦਿਆਂਗੇ। ਜਿਹੜੇ ਬੱਚਿਆਂ ਦੇ ਪੇਰੈਂਟਸ ਉਚੇਚੇ ਤੌਰ ਤੇ ਸਾਡੇ ਕੋਲ ਆਉਣਗੇ, ਇਹ ਨਹੀਂ ਕਿ ਸਾਰੇ ਬੱਚੇ ਕੀਰਤਨ ਸਿੱਖਣਗੇ, ਜ਼ਰੂਰੀ ਨਹੀਂ ਹੁੰਦਾ। ਜਿਹੜੇ ਬੱਚੇ ਅਸੀਂ ਉਹਨਾਂ ਕੋਲ ਲਿਖਤੀ ਰੂਪ ਵਿੱਚ ਲਵਾਂਗੇ ਵੀ ਸਾਡੇ ਬੱਚੇ ਜਿਹੜੇ ਆ ਇਹ ਪੂਰਾ ਕੀਰਤਨ ਸਿੱਖਣਗੇ, ਮਿਹਨਤ ਕਰਨਗੇ। ਇਹ ਨਹੀਂ ਕਿ 2-4 ਦਿਨ ਆਏ, 2 ਕਲਾਸਾਂ ਵਿੱਚ ਆਏ ਤੇ ਬਾਅਦ ਵਿੱਚ ਫਿਰ ਨਹੀਂ ਆਏ। ਕਿਉਂਕਿ ਆਪਾਂ ਜਿਹੜਾ ਕੀਰਤਨ ਸਿਖਾਉਣ ਵਾਸਤੇ ਇੱਥੇ ਆਪਾਂ ਪ੍ਰੋਫੈਸ਼ਨਲ ਬੰਦਾ ਕੀਰਤਨੀਆ ਰੱਖਾਂਗੇ ਜਿਹੜਾ ਸਾਨੂੰ ਕੀਰਤਨ ਸਿਖਾਊਗਾ। ਕਿਉਂਕਿ ਮੈਨੂੰ ਤੇ ਕੀਰਤਨ ਦੀਆਂ ਧੁਨਾਂ ਦੇ ਬਾਰੇ, ਟਿਊਨ ਦੇ ਬਾਰੇ ਬਹੁਤੀ ਨੌਲੇਜ ਨਹੀਂ ਹੈਗੀ। ਜਿਹੜਾ ਕੀਰਤਨੀਆ ਆਪਾਂ ਨੂੰ ਕੀਰਤਨ ਸਿਖਾਊਗਾ, ਸੰਗੀਤ ਦਾ ਜਿਹੜਾ ਪੱਕਾ ਵਧੀਆ ਪ੍ਰੋਫੈਸ਼ਨਲ ਬੰਦਾ ਹੋਊਗਾ, ਉਹਨੂੰ ਆਪਾਂ ਨੂੰ ਪੈਸੇ ਵੀ ਦੇਣੇ ਪੈਣੇ,
ਹੁਣ ਇਹ ਥੋੜੀ ਹੈ ਵੀ ਆਪਾਂ 4 ਦਿਨ ਕੀਰਤਨ ਦੇ ਲਾ ਲਿਆ ਤੇ ਮੁੜ ਕੇ ਫੇਰ ਛੱਡ ਦਿੱਤਾ। ਉਸ ਬੰਦੇ ਨੇ ਵੀ ਮਿਹਨਤ ਕਰਨੀ ਤੁਹਾਡੇ ਤੇ ਆਣ ਕੇ, ਉਹਨੇ ਵੀ ਦਿਮਾਗ ਲਾਉਣਾ, ਤੁਹਾਨੂੰ ਸੁਰਾਂ ਦੇ ਬਾਰੇ ਜਾਣਕਾਰੀ ਦੇਣੀ, ਹਰ ਇੱਕ ਚੀਜ਼ ਦਾ ਗਿਆਨ ਦੇਣਾ। ਤਾਂ 4 ਦਿਨ ਬੰਦਾ ਲਾ ਕੇ ਫੇਰ ਛੱਡ ਦੇਵੇ, ਕਦੇ ਨਹੀਂ ਜੀ ਮੈਂ ਤਾਂ ਨਹੀਂ ਸਿੱਖਣਾ, ਮੇਰਾ ਤਾਂ ਦਿਲ ਨਹੀਂ ਕਰਦਾ, ਇਦਾਂ ਨਹੀਂ ਹੋਊਗੀ। ਰਿਟਨ ਦੇ ਵਿੱਚ ਪੱਕੇ ਤੌਰ ਤੇ ਆਪਾਂ ਪੇਰੈਂਟਸ ਦੇ ਸਹਿਮਤੀ ਦੇ ਨਾਲ ਜਿਹੜਾ ਬੱਚਾ ਅੰਦਰੋਂ ਭੇਜ ਕੇ ਸਿੱਖਣਾ ਚਾਹੂਗਾ, ਮੁਬਾਰਕ ਆ, ਕੀਰਤਨ ਵੀ ਸਿਖਾਵਾਂਗੇ। ਤਬਲੇ ਬੱਚਿਆਂ ਵਾਸਤੇ ਲੜਕੀਆਂ ਵੀ ਤਬਲਾ ਸਿੱਖ ਸਕਦੀਆਂ, ਜਿਹਦੀ ਇੱਛਾ ਹੋਵੇ ਉਹ ਤਬਲਾ ਵੀ ਸਿਖਾਵਾਂਗੇ। ਗੁਰਬਾਣੀ ਦਾ ਪਾਠ, ਲੈਕਚਰ, ਕਵਿਤਾਵਾਂ, ਇਹ ਸਾਰੀਆਂ ਚੀਜ਼ਾਂ ਆਪਾਂ ਸਿੱਖਾਂਗੇ। ਇਹਨਾਂ ਦੇ ਕੰਪੀਟੀਸ਼ਨ ਵੀ ਤੁਹਾਡੇ ਕਰਾਇਆ ਕਰਾਂਗੇ, ਫਿਰ ਕੀਰਤਨ ਮੁਕਾਬਲੇ, ਲੈਕਚਰ ਮੁਕਾਬਲੇ, ਕਵਿਤਾਵਾਂ ਦੇ ਮੁਕਾਬਲੇ, ਇੱਦਾਂ ਡਿਸਕਸ਼ਨ, ਵਾਰਤਾਲਾਪ ਆਦਿ। ਸੋ ਇਹ ਸਾਰੇ ਪ੍ਰੋਸੈਸ ਨੂੰ ਥੋੜਾ ਸਮਾਂ ਲੱਗਣਾ, ਹੌਲੀ ਹੌਲੀ ਜਿੱਦਾਂ ਜਿੱਦਾਂ ਆਪਣੇ ਗਿਆਨ 'ਚ ਵਾਧਾ ਹੋਊਗਾ ਉੱਦਾਂ ਇਹ ਸਾਰੇ ਦੇ ਸਾਰੇ ਜਿਹੜੇ ਪ੍ਰੋਜੈਕਟ ਆ ਇਹ ਆਪਾਂ ਇਹਨਾਂ 'ਤੇ ਕੰਮ ਕਰਾਂਗੇ। ਔਰ ਇਹਨਾਂ ਨੂੰ ਕਰਨ ਦਾ ਸਾਡਾ ਇੱਕੋ ਇੱਕ ਮਕਸਦ ਹੋਊਗਾ, ਚੰਗੇ ਇਨਸਾਨ ਬਣਨਾ। ਇਹ ਗੱਲ ਜ਼ਰੂਰ ਨੋਟ ਕਰਿਓ। ਜੋ ਵੀ ਆਪਾਂ ਉਦੋਂ ਉਪਰਾਲੇ ਕਰ ਰਹੇ ਹਾਂ, ਇਹਨਾਂ ਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਆ ਉਹ ਸਾਨੂੰ ਇੱਕ ਚੰਗਾ ਇਨਸਾਨ ਬਣਨ ਦੀ ਸਿੱਖਿਆ ਲੈਣ ਵਾਸਤੇ ਆ। ਮਤਾ ਸਮਝਿਓ ਵੀ ਤੁਹਾਨੂੰ ਅਸੀਂ ਸਨਮਾਨ ਦੇ ਦੇਣੇ ਆ ਤੇ ਆਹ ਕਲਾਸਾਂ ਅਸੀਂ ਇਸ ਕਰਕੇ ਲਾਉਣੇ ਆ ਵੀ ਬੱਚੇ ਇਕੱਠੇ ਹੋਣਗੇ ਤੇ ਉਹਨਾਂ ਨੂੰ ਅਸੀਂ ਕਾਪੀਆਂ ਜਾਂ ਹੋਰ ਦੂਜੀਆਂ ਚੀਜ਼ਾਂ ਸਨਮਾਨ ਵਜੋਂ ਦੇਵਾਂਗੇ। ਇਹ ਸਾਡਾ ਮਕਸਦ ਨਹੀਂਗਾ, ਇਹ ਸਿਰਫ ਤੁਹਾਨੂੰ ਉਤਸ਼ਾਹਿਤ ਕਰਨ ਵਾਸਤੇ ਆ। ਸਾਡਾ ਮੇਨ ਮਕਸਦ ਆ ਕਿ ਤੁਹਾਡੇ ਅੰਦਰ ਚੰਗੇ ਚੰਗੇ ਖਿਆਲ, ਚੰਗੇ ਚੰਗੇ ਵਿਚਾਰ ਪੈਦਾ ਹੋਣ, ਤੁਸੀਂ ਚੰਗੇ ਇਨਸਾਨ ਬਣੋ, ਤੁਸੀਂ ਗਲਤ ਪਾਸੇ ਨਾ ਜਾਓ। ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਆ, ਸਮਾਂ ਬਹੁਤ ਕੀਮਤੀ ਆ, ਇਹ ਵੇਸਟ ਨਾ ਜਾਵੇ। ਜਿੱਦਾਂ ਹੁਣੇ ਟਿੰਕੂ ਭਾਜੀ ਨੇ ਆਪਾਂ ਨੂੰ ਦੱਸਿਆ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਖੁੰਝ ਗਏ, ਅਸੀਂ ਨਹੀਂ ਕਰ ਸਕੇ, ਹੁਣ ਪਛਤਾਵਾ ਹੁੰਦਾ ਹੈ ਨਾ। ਉਹ ਇੱਕ ਬੰਦੇ ਨੇ ਨਾ, ਕਿਸੇ ਨੇ, ਕਿਸਾਨ ਨੇ ਫਸਲ ਬੀਜੀ ਤੇ ਉਹ ਫਸਲ ਬੀਜ ਕੇ ਤੇ ਕਿਤੇ ਉਹਨੂੰ ਕੰਮ ਪੈ ਗਿਆ ਅਚਾਨਕ। ਧਿਆਨ ਦਿਓ ਬੇਟੇ, ਇੱਧਰ ਧਿਆਨ ਦਿਓ। ਕਿਸੇ ਕਿਸਾਨ ਨੇ ਨਾ ਫਸਲ ਬੀਜੀ, ਫਰਜ਼ ਕਰੋ ਕਣਕ ਬੀਜੀ, ਕਣਕ ਦਾ ਛੱਟਾ ਦੇ ਦਿੱਤਾ, ਛੱਟਾ ਦੇ ਕੇ ਤੇ ਉਹਨੂੰ ਕਿਤੇ ਅਚਾਨਕ ਕੰਮ ਪੈ ਗਿਆ ਤੇ ਉਹ ਆਪਣੇ ਮਤਲਬ ਪੁੱਤਰ ਨੂੰ ਕਹਿ ਗਿਆ ਵੀ ਪੁੱਤਰ, ਇੱਕ ਤਾਂ ਕਣਕ ਦਾ ਬੀਜ ਸੁਹਾਗਾ ਮਾਰ ਕੇ ਨੱਪ ਦੇਣਾ ਵਾ ਤਾਂ ਕਿ ਵੱਤਰ ਵਿੱਚ ਆ ਜਾਵੇ, ਦੂਸਰਾ ਜਦੋਂ ਦਾਣੇ ਜਿਹੜੇ ਜ਼ਮੀਨ ਦੇ ਵਿੱਚ ਰਲ ਜਾਣਗੇ ਤੇ ਕੀੜੇ ਮਕੌੜੇ ਪੰਛੀ ਆਦਿ ਵੀ ਦਾਣਿਆਂ ਨੂੰ ਨਹੀਂ ਚੁਗ ਸਕਣਗੇ। ਉਹ ਕਹਿ ਕੇ ਚਲੇ ਗਿਆ। ਉਹ 4-5 ਦਿਨ ਬਾਅਦ ਆਇਆ ਤਾਂ ਜਿਹੜਾ ਉਹਦਾ ਪੁੱਤਰ ਸੀ ਉਹ ਨਲਾਇਕ ਸੀ ਜਾਂ ਕਹਿ ਸਕਦੇ ਆ ਜਾਂ ਕੇਅਰਲੈਸ ਸੀਗਾ, ਉਹਨੇ ਪ੍ਰੋਪਰ ਧਿਆਨ ਨਹੀਂ ਦਿੱਤਾ। ਚੱਲ ਕੋਈ ਨਹੀਂ, ਅੱਜ ਕਰ ਲਵਾਂਗੇ, ਕੱਲ ਕਰ ਲਵਾਂਗੇ, ਪਰਸੋਂ ਕਰ ਲਵਾਂਗੇ। ਉਹ ਵੱਤਰ ਵੀ ਨਿਕਲ ਗਿਆ, ਜ਼ਮੀਨ ਖੁਸ਼ਕ ਹੋ ਗਈ ਧੁੱਪ ਪੈਣ ਨਾਲ, ਤੇ ਜਿਹੜੇ ਦਾਣੇ ਉੱਪਰ ਪਏ ਸੀ ਉਹ ਸਾਰੇ ਚਿੜੀਆਂ ਕਾਂ ਦੇ ਚੁੱਕ ਗਏ, ਖੇਤ ਖਾਲੀ ਹੋ ਗਿਆ। ਤਾਂ ਉਹ ਇੱਕ ਕਹਾਵਤ ਬਣੀ ਹੋਈ ਆ, ਅਬ ਪਛਤਾਈ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ। ਵੀ ਮਤਲਬ ਹੁਣ ਪਛਤਾਉਣ ਦਾ ਕੀ ਫਾਇਦਾ। ਮਤਲਬ ਜੇ ਸਾਨੂੰ ਸਮੇਂ ਸਿਰ ਅਸੀਂ ਚੀਜ਼ ਨੂੰ ਸੰਭਾਲ ਲਈਏ, ਸਮੇਂ ਸਿਰ ਉਸ ਚੀਜ਼ ਨੂੰ ਅਸੀਂ ਸਮਝ ਲਈਏ ਤਾਂ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਬਹੁਤ ਸਾਰੀਆਂ ਗੱਲਾਂ, ਹੁਣ ਤੁਹਾਡਾ ਸਮਾਂ ਹੈ ਸਿੱਖਣ ਦਾ। ਜਿੱਦਾਂ ਹੁਣ ਟਿੰਕੂ ਭਾਜੀ ਗੱਲ ਕਰਕੇ ਗਿਆ ਵੀ ਅਸੀਂ ਚਲੋ ਭਾਵੇਂ ਹੁਣ ਕੋਸ਼ਿਸ਼ ਕਰਦੇ ਹਾਂ ਸਿੱਖਣ ਦੀ, ਵੈਸੇ ਤਾਂ ਸਿੱਖ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ, ਐਸੀ ਗੱਲ ਨਹੀਂ ਹੈ। ਪਰ ਜੇ ਹੁਣ ਮੈਨੂੰ ਕੋਈ ਕਹੇ ਕਿ ਤੂੰ ਪ੍ਰਾਇਮਰੀ ਕਲਾਸ ਵਿੱਚ ਜਾ ਕੇ ਉਡਾੜਾ ਸਿੱਖ ਤੇ ਮੈਨੂੰ ਚੰਗਾ ਲੱਗੂਗਾ? ਨਹੀਂ ਚੰਗਾ ਲੱਗੂਗਾ ਨਾ। ਇੱਦਾਂ ਮੈਂ ਕਹੂੰਗਾ ਨਹੀਂ ਯਾਰ, ਉਹ ਤਾਂ ਛੋਟੇ ਛੋਟੇ ਬੱਚਿਆਂ ਦੀ ਗੱਲ ਆ, ਮੇਰੀ ਗੱਲ ਥੋੜੀ ਹੈਗੀ ਆ ਉਡਾੜਾ ਪੜ੍ਹਨਾ। ਸੋ ਇੱਦਾਂ ਸਮਾਂ ਹੁੰਦਾ ਹੈ। ਤਾਂ ਤੁਹਾਡੇ ਕੋਲ ਬਹੁਤ ਇਸ ਟਾਈਮ ਕੀਮਤੀ ਸਮਾਂ ਹੈ ਜਿਹੜਾ ਤੁਹਾਡਾ ਹੁਣ ਜਾ ਰਿਹਾ ਹੈ। ਇਹਨੂੰ ਮਿਸਯੂਟੀਲਾਈਜ਼ ਨਹੀਂ ਕਰਨਾ, ਇਹਨੂੰ ਯੂਟੀਲਾਈਜ਼ ਕਰਨਾ, ਇਹਦੀ ਵਰਤੋਂ ਕਰਨੀ ਆ, ਵੱਧ ਤੋਂ ਵੱਧ ਸਿੱਖਣ ਦਾ ਯਤਨ ਕਰਨਾ। ਜੋ ਕੁਝ ਤੁਸੀਂ ਅੱਜ ਸਿੱਖ ਲਿਆ, ਜੋ ਕੁਝ ਤੁਸੀਂ ਪੜ੍ਹ ਲਿਆ, ਉਹ ਲਾਈਫ ਟਾਈਮ ਲਈ ਤੁਹਾਡੀ ਮੈਮਰੀ ਦੇ ਵਿੱਚ ਫੀਡ ਹੋ ਜਾਣਾ। ਇਸ ਕਰਕੇ ਯਤਨ ਉਪਰਾਲੇ ਆਪਾਂ ਕਰ ਰਹੇ ਹਾਂ NRI ਵੀਰਾਂ ਦੇ ਨਾਲ ਵੀ ਤੁਹਾਨੂੰ ਚੰਗੀਆਂ ਗੱਲਾਂ ਸਿਖਾਈਆਂ ਜਾਣ, ਚੰਗੇ ਵਿਚਾਰ ਦਿੱਤੇ ਜਾਣ ਤਾਂ ਕਿ ਤੁਸੀਂ ਵੱਡੇ ਹੋ ਕੇ ਚੰਗੇ ਇਨਸਾਨ ਬਣ ਸਕੋ। ਤਾਂ ਹੁਣ ਆਪਾਂ ਜਿਹੜਾ ਪ੍ਰਾਈਜ਼ ਸਨਮਾਨ ਤੁਹਾਨੂੰ ਦਿੱਤਾ ਜਾਣਾ, ਮੈਂ ਬੇਨਤੀ ਕਰੂੰਗਾ ਟਿੰਕੂ ਭਾਜੀ ਹੋਰਾਂ ਨੂੰ ਤੇ ਬਾਕੀ ਵੀ ਪ੍ਰਬੰਧਕ ਸਾਹਿਬਾਨ, ਸਾਡੇ ਹਰ ਗ੍ਰੰਥੀ ਸਾਹਿਬ ਨੇ, ਸਾਰੇ ਜਣੇ ਇੱਥੇ ਸਟੇਜ 'ਤੇ ਆ ਜਾਣ ਤੇ ਵਾਰੀ ਬੱਚਿਆਂ ਨੂੰ ਬੁਲਾ ਕੇ ਜਿਹੜੇ ਸਨਮਾਨ ਵਾ ਉਹ ਆਪਾਂ ਦੇਣੇ ਆ। ਕਿਸੇ ਬੱਚੇ ਨੇ ਕਾਹਲੀ ਨਹੀਂ ਕਰਨੀ, ਆਰਾਮ ਨਾਲ ਬੈਠੇ ਰਹਿਣਾ। ਜਿਹੜੇ ਵਿੱਚ ਧਿਆਨ ਦਿਓ, ਇੱਧਰ ਟਿੰਕੂ ਭਾਜੀ ਕਿਹਨੂੰ ਹੋਏ, ਕਿਸੇ ਵੀ ਬੱਚੇ ਨੇ ਕਾਹਲੀ ਨਹੀਂ ਕਰਨੀ। ਹਰ ਇੱਕ ਬੱਚੇ ਨੂੰ ਜਿਹੜੇ ਕਲਾਸਾਂ ਵਿੱਚ ਪੱਕੇ ਤੌਰ ਤੇ ਆਉਂਦੇ ਆ ਉਹਨਾਂ ਬੱਚਿਆਂ ਨੂੰ ਇਹ ਸਨਮਾਨ ਦਿੱਤੇ ਜਾਣੇ ਆ। ਜੇ ਕੋਈ ਬੱਚੇ ਨਵੇਂ ਵੀ ਆਏ ਹੋਣਗੇ, ਅੱਜ ਕਿਹੜੇ ਬੱਚੇ ਅੱਜ ਨਵੇਂ ਆਏ ਆ ਜਿਹੜੇ ਅੱਗੇ ਕਲਾਸਾਂ 'ਚ ਨਹੀਂ ਆਉਂਦੇ, ਹੱਥ ਖੜਾ ਕਰੋ। ਨਹੀਂ, ਜ਼ਿਆਦਾ ਨਹੀਂ ਨਵੇਂ, 2-3-4 ਬੱਚੇ ਨਵੇਂ ਆਏ। ਤੁਸੀਂ ਤਾਂ ਅੱਗੇ ਵੀ ਆਉਂਦੇ ਆ, ਨਹੀਂ ਉਹ ਸੱਚ ਉਹ ਹੁੰਦੇ ਸੀ, ਤੁਸੀਂ ਨਵੇਂ ਆਏ, ਤੁਸੀਂ ਨਵੇਂ ਆਏ। ਅੱਗੇ ਕਲਾਸਾਂ 'ਚ ਆਏ ਕਦੇ ਵੀ ਨਹੀਂ ਆਉਂਦੇ ਆ ਨਾ, ਮੈਨੂੰ ਪਤਾ ਆਉਂਦੇ ਆ, ਲਗਭਗ ਸਾਰੇ ਬੱਚੇ ਅੱਗੇ ਆਉਂਦੇ ਹੀ ਆ। ਚਲੋ ਫਿਰ ਵੀ ਅਗਰ ਕੋਈ ਬੱਚਾ ਅੱਜ ਉਚੇਚੇ ਤੌਰ ਤੇ ਆਇਆ ਤੇ ਉਹਨੂੰ ਵੀ ਜੀ ਆਇਆ, ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਣਾ ਹੈ। ਪਰ ਨਾਲ ਕੋਸ਼ਿਸ਼ ਕਰਨੀ ਆ ਕਿ ਇਸ ਲਾਲਚ ਵਾਸਤੇ ਨਹੀਂ ਆਉਣਾ ਕਿ ਸਾਨੂੰ ਸਨਮਾਨ ਦਿੱਤੇ ਜਾਣਗੇ, ਆਪਾਂ ਚੰਗੀਆਂ ਗੱਲਾਂ ਸਿੱਖਣ ਵਾਸਤੇ ਆਉਣਾ।
ਸੋ ਵਾਰੀ ਵਾਰੀ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਣਾ। ਕੋਈ ਵੀ ਬੱਚਾ ਕਾਹਲੀ ਨਾ ਕਰੇ, ਇਧਰਲੇ ਪਾਸਿਓਂ ਲੱਗਾਂਗੇ। ਇੱਕ ਇੱਕ ਬੱਚਾ ਉੱਠ ਕੇ ਜਿਹੜਾ ਇੱਥੇ ਸਟੇਜ ਤੇ ਆਈ ਜਾਊਗਾ, ਆਪਣਾ ਸਨਮਾਨ ਲੈ ਕੇ ਆਰਾਮ ਦੇ ਨਾਲ ਆਪਣੀ ਜਗ੍ਹਾ ਤੇ ਬੈਠੀ ਜਾਊਗਾ। ਕਿਸੇ ਬੱਚੇ ਨੇ ਰੌਲਾ ਨਹੀਂ ਪਾਉਣਾ, ਸ਼ਰਾਰਤ ਨਹੀਂ ਕਰਨੀ, ਤਾਂ ਕੰਮ ਕੀ ਨਹੀਂ ਕਰਨਾ। ਇੱਕ ਇੱਕ ਬੱਚਾ ਉੱਠ ਕੇ ਆਊਗਾ ਵਾਰੀ ਵਾਰੀ, ਔਰ ਪ੍ਰਬੰਧਕਾਂ ਦੇ ਕੋਲੋਂ ਸਨਮਾਨ ਲੈ ਕੇ ਜਾ ਕੇ ਬੈਠਦਾ ਜਾਊਗਾ। ਆਓ ਜੀ, ਆਓ ਜੀ। ਜਿੰਨੇ ਵੀ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾਂਦੇ ਆ ਤਾਂ ਬਹੁਤ ਵਧੀਆ ਲੱਗਦਾ। ਇਦਾਂ ਹੀ ਤੁਸੀਂ ਦਿਨ ਰਾਤ ਦੀ ਮਿਹਨਤ ਕਰਦੇ ਆ, ਉਹਦੇ ਕਰਕੇ ਇਹ ਨਾਮ ਦੀ ਦਿਲ ਕਰਦਾ ਬਹੁਤ ਧੰਨਵਾਦ ਸਾਡੇ ਐਨਆਰਏ ਵੀਰਾਂ ਦਾ ਪ੍ਰਦੇਸ਼ਾਂ ਚੋਂ ਹਰੇਕ दो बेल पास माड़ा जी थोड़ा पीछे हो ਸਾਰੇ ਐਨਆਰਏ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਉਪਰਾਲਾ ਚੱਲ ਰਿਹਾ। ਹੈਗਾ ਕਿ ਬੱਚੇ ਦਾ ਤੁਸੀਂ ਮੂੰਹ ਹੀ ਉੱਧਰ ਨੂੰ ਕਰ ਲੈਂਦੇ ਤਾਂ ਘੁੰਮ ਕੇ ਲੈ ਲੈਂਦੇ ਉਹਦਾ ਪਿੱਛੇ ਸਭ ਨਾਲ ਬੱਚੇ ਓਏ ਹੈਗਾ ਕਰਕੇ ਉਧਰ ਦੇਖ ਇੱਕ ਕਰਕੇ ਲੈਣ ਚਾਲੂ ਕਰੋ ਉਹਦੇ ਵਿੱਚ ਰਹਿੰਦਾ ਕੋਈ ਨਹੀਂ, ਸਾਰਿਆਂ ਦੀ ਵਾਰੀ ਹੈ ਇਹ ਸਾਰਿਆਂ ਪਿੱਛੇ ਆਦਤ ਬਾਤ ਆ ਜਾ ਨਾਲ ਦੀ ਨਾਲ ਖੜੀ ਹੋਈ ਹੈ ਉਹ ਨੇੜੇ ਅੱਜ ਬਹੁਤ ਵਧੀਆ ਦਿਨ ਹੈ ਸਾਰਿਆਂ ਲਈ ਸਾਥੀ ਜੀ ਬਹੁਤ ਮੁਬਾਰਕਾਂ ਜੀ। ਵੱਡੇ ਮੇਰੇ ਦੇ ਜਨਮ ਦਿਨ ਤੇ ਨਾਲੇ ਫਖਰ ਜਿਹੜਾ ਨਾਲੇ ਅੱਜ ਵੱਡੇ ਵੀਰ ਦਾ ਜਨਮ ਦਿਨ ਬਹੁਤ ਵਧੀਆ ਜਿਹੜਾ ਆ ਜਿਹਦੇ ਨਾਲ ਸਾਰੇ ਬੱਚੇ ਹਰੇਕ ਤਰੀਕੇ ਨਾਲ ਚੀਜ਼ਾਂ ਸਮਝਦੇ ਨਹੀਂ ਆ। ਉਹਨਾਂ ਦਾ ਇੱਦਾਂ ਕਰਨ ਕਿ ਨਹੀਂ ਲੈ ਜਾਂਦੇ ਤੇ ਰੱਬਾ ਜੀ ਪੁੱਤਰਾਂ ਦੇ ਘਰੇ ਜਾ ਕੇ ਬੋਤਲਾਂ ਲੈ ਕੇ ਬੜੀ ਖੁਸ਼ ਆ ਸਰ। ਬੋਤਲਾਂ ਕੋਈ ਨਹੀਂ ਗਏ ਸਹੀ ਵੀ ਲੱਗ ਜਾਂਦਾ ਤੁਹਾਨੂੰ ਜਿਹਨੂੰ ਨਹੀਂ ਸਹੀ ਲੱਗਦਾ ਤਾਂ ਉਹ ਮੈਨੂੰ ਦੇ ਦਿਓ ਮੈਂ ਆਜੋ ਆਜੋ ਕੁੜੀਆਂ ਵਾਲੇ ਮੁੰਡੇ ਵਾਲੇ ਗੱਲ ਕਰਦੇ ਆ ਬਤਾ ਕੇ ਲੈ ਲੈ ਆਜੋ ਵਾਰੀ ਵਾਰੀ ਅੱਛੇ ਅੱਛੇ ਨਾਲ ਦੀ ਨਾਲ ਇਹਦੀ ਬੋਤਲ ਬੰਦ ਦੇ ਦਿੱਤੀ कौन आजो के वारी वारी फटे भी होला दिया करो कोई नहीं, फटाफट की फोटो भी आउण दियो तुसीं। होगी नहीं नहीं मिलूगा मिलूगा मारे भरावा ले के चलो आ जाएंगे नहीं नहीं काफी बात नहीं है हाँ हाँ ये बच्चे वास्ते नहीं मैं दस दूँ मैं क्या बच्चे बैठो थे कोई मोर है क्या पूरा
ਹੋ ਗਈ ਫੋਟੋ। ਕਿਸੇ ਵਾਰ ਨਾਲ ਮਤਲਬ ਉਧਰ ਦੇਖੋ ਨਾਲ ਧਿਆਨ ਦਿਓ, ਤੁਹਾਨੂੰ ਸਨਮਾਨ ਚਿੰਨ੍ਹ ਦਿੱਤੇ ਗਏ, ਸਨਮਾਨਿਤ ਕੀਤਾ ਗਿਆ ਸਾਰਿਆਂ ਨੂੰ। ਤੇ ਹੁਣ ਤੁਹਾਡੇ ਸਾਰਿਆਂ ਦੇ ਨਾਮ ਲਿਖੇ ਜਾਣੇ ਆ, ਇਕੱਲੇ ਇਕੱਲੇ ਬੱਚੇ ਦਾ ਨਾਮ ਲਿਖਿਆ ਜਾਊਗਾ। ਔਨ ਰੋਲ ਪੱਕਾ ਕਾਪੀ ਤੇ ਚੜਾ ਲੈਣਾ ਸੀ। ਹਰ ਹਫ਼ਤੇ ਤੁਹਾਡੀ ਹਾਜ਼ਰੀ ਲੱਗਣੀ ਹੈ। ਜਿਹੜਾ ਬੱਚਾ ਐਬਸੈਂਟ ਹੋਊਗਾ ਉਹਨੂੰ ਫਿਰ ਬਾਅਦ ਵਿੱਚ ਜਿਹੜੇ ਪ੍ਰਾਈਜ਼ ਮਿਲਿਆ ਕਰਨਗੇ ਉਹ ਪ੍ਰਾਈਜ਼ ਜਿਹੜੇ ਆ ਨਹੀਂ ਦਿੱਤੇ ਜਾਣਗੇ। ਇਹ ਗੱਲ ਨੋਟ ਕਰ ਲਓ, ਆਪਾਂ ਇਕੱਲੇ ਪ੍ਰਾਈਜ਼ ਲੈਣ ਵਾਸਤੇ ਨਹੀਂ ਹੋਣਾ, ਆਪਾਂ ਸਿੱਖਣ ਵਾਸਤੇ ਹੋਣਾ। ਮੇਨ ਸਾਡਾ ਫੰਕਸ਼ਨ ਸਿੱਖਣਾ ਹੈ, ਇਸ ਗੱਲ ਨੂੰ ਧਿਆਨ 'ਤੇ ਰੱਖਣਾ ਹੈ। ਹੁਣ ਕਿਸੇ ਨੇ ਰੌਲਾ ਨਹੀਂ ਪਾਉਣਾ, ਵਾਰੀ ਵਾਰੀ ਆਪਣਾ ਤੇ ਆਪਣੇ ਪਿਤਾ ਜੀ ਦਾ ਨਾਮ ਜਿਹੜਾ ਵਾ ਉਹ ਬੱਚੀ ਲੱਗਣ ਲੱਗੀ ਆ। ਸਾਰਿਆਂ ਨੇ ਆਪਣੇ ਆਪਣੇ ਨਾਮ ਲਿਖਾਉਣੇ ਆ। ਤੁਹਾਡੀ ਹਾਜ਼ਰੀ ਜਿਹੜੀ ਆ ਹਰ ਕਲਾਸ ਦੇ ਵਿੱਚ ਲੱਗਿਆ ਕਰਨੀ ਆ। ਕਿਹੜੇ ਬੱਚੇ ਕਿੰਨੀਆਂ ਹਾਜ਼ਰੀਆਂ ਲਾਉਂਦੇ ਆ, ਕਿੰਨੀਆਂ ਕਲਾਸਾਂ ਆਉਂਦੇ ਆ, ਉਹਦੇ ਹਿਸਾਬ ਨਾਲ ਤੁਹਾਨੂੰ ਸਨਮਾਨਿਤ ਕੀਤਾ। ਸਨਮਾਨ ਮਿਲਣਗੇ, ਤੁਹਾਨੂੰ ਡਰੈਸ ਵਗੈਰਾ ਵੀ ਲੈ ਕੇ ਦੇਣੀਆਂ, ਯੂਨੀਫਾਰਮ ਵਗੈਰਾ ਲੈ ਕੇ ਦੇਣੀਆਂ। ਤੁਹਾਡੇ 2-4 ਦਿਨਾਂ ਦੇ ਵਿੱਚ, ਹਫ਼ਤੇ ਦੇ ਵਿੱਚ ਉਹਦਾ ਅਰੇਂਜਮੈਂਟ ਵੀ ਅਸੀਂ ਕਰਨਾ। ਬਹੁਤ ਕੁਝ ਤੁਹਾਨੂੰ ਮਿਲੂਗਾ, ਪਰ ਉਹਦੇ ਵਾਸਤੇ ਨਾਲ ਨਾਲ ਤੁਹਾਨੂੰ ਚੰਗੀਆਂ ਸਿੱਖਿਆ ਲੈਣ ਵਾਸਤੇ ਲਗਾਤਾਰ ਕਲਾਸਾਂ ਵਿੱਚ ਆਉਣਾ ਪਊਗਾ। ਇਹ ਨਹੀਂਗਾ ਵੀ ਜਿੱਦਣ ਆਪਣਾ ਕੋਈ ਪ੍ਰਾਈਜ਼ ਮਿਲਣੇ ਆ, ਸਨਮਾਨ ਕੀਤੇ ਜਾਣੇ, ਉਦੋਂ ਤੁਸੀਂ ਆ ਕੇ ਅੱਗੋਂ ਪਿੱਛੋਂ ਆਊਗਾ। ਇਹ ਪ੍ਰਾਈਜ਼ ਤਾਂ ਸਿਰਫ ਤੁਹਾਨੂੰ ਉਤਸ਼ਾਹਿਤ ਕਰਨ ਵਾਸਤੇ ਆ। ਇਹ ਪ੍ਰਾਈਜ਼ ਦੇਣ ਸਾਡਾ ਕੋਈ ਮਕਸਦ ਨਹੀਂਗਾ। ਸਾਡਾ ਮਕਸਦ ਹੈਗਾ ਵੱਧ ਤੋਂ ਵੱਧ ਚੰਗੀ ਸਿੱਖਿਆ ਦੇ ਕੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ। ਸੋ ਹੁਣ ਸਾਰੇ ਬੱਚੇ ਆਪਣਾ ਨਾਮ ਲਿਖਾਉਣਗੇ, ਹਰ ਕਲਾਸ ਵਿੱਚ ਉਹਨਾਂ ਦੀ ਹਾਜ਼ਰੀ ਲੱਗਿਆ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਨੂੰ ਬਹੁਤ ਸਾਰੇ ਨੇ ਆਉਣਾ, ਠੀਕ ਆ। ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੂ ਹਰੀ ਤੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦਿਨ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਤੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਸਿੱਖਾਂ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕਰਨ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਆਨੰਦ ਵਾਜੇ। ਆਨੰਦ ਸੁਨੋ ਬੜ ਭਾਗੀ ਕੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ, ਸੱਚੀ ਬਾਣੀ। ਸੰਤ ਸਾਜਨ ਭਈ ਸਰਸੇ, ਪੂਰੇ ਉਲਟੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੁਮ ਕਹੀਏ ਅਰਦਾਸ, ਜੀਉ ਪਿੰਡ ਸੰਗ ਤੇਰੀ ਰਾਸ। तुम मात पिता हम बारिक तेरे, तुमरी कृपा में सुख कनेरे। कोई न जाने तुमरा अंत, ऊंची ते ऊंचा भगवंत। सगल सामग्री तुमरे सुपर कारी, तुम देवो सो आगे। तुमरी गत नित तुम ही जानी, नानक दास सदा कुर्बानी। बोलो जी एक ओंकार। वाहिगुरू जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई लियाए, फिर अंगद गुर ते अमरदास रामदास से होई सहाय। अर्जन हर गोबिंद नूं सिमरो, श्री हर राय। श्री हर कृष्ण ध्याइया, जिस डिठे सब दुख जाए।
तेग बहादुर सिमरिया खानोनी दयावे धाई सब खाई हुई सहाय। 10वें पातशाह गुरु गोबिंद सिंह साहब जी सब खाई हुई सहाय। 10 पातशाहियों के आत्मिक स्वरूप श्री गुरु ग्रंथ साहब जी के पाठ की दात का ध्यान धर के बोलो जी। 5 प्यारियां 54 साहिबजादियां 40 मुक्तियां हट्टियां जपियां तपियां सिखवाना जिन्हां नाम जपिया वंड छकिया देख चलाई ते गवाही देख के अंडिट कीता 50 प्यारियां सचारियां की कमाई का ध्यान धर के खालसा जी बोलो जी। सिमरिया ने धर्म हित सीस दिते बंद बंद कटाई कोपरियां लुहाइयां चक्रियां ते चढ़े तनारियां नाल चीरे गए। गुरुद्वारियां की सेवा संभाली कुर्बानियां कीतियां धर्म नहीं हारिया सिक्खी सिद्ध केसां सुआसन संग निभाई। ते नाल समूह ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ। ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਜੀ चितावन का सदका सर्व सुख होवे। जहाँ जहाँ खालसा जी साहब तहाँ तहाँ रखिया रियायत देख देख पति विद की पैज पंथ की जीत श्री साहब जी सहाय खालसा जी के बोल वाले बोलो जी। सिक्खी दान केस दान रहत दान विवेक दान विसाह दान भरोसा दान दाना दान नाम दान श्री अमृतसर जी के इशनान चौकियां झंडे गूंगे जुगो जुग अटल धर्म का जयकार बोलो जी। मत उची मत जरा खाप वाहिगुरू जी अकाल पुरख जमी निमाणियां दे मान नेताणियां दे ताण नियोटियां दी ओट सच्चे पिता वाहिगुरू जी ओ धन धन साहिब श्री गुरु ग्रंथ साहिब सच्चे पातशाह जी आप जी दे हजूर पावन पवित्र चरण कमलों च अरदास बेनती सतगुरु जी आप जी दी अपार कृपा बख्शिश होई है। सच्चे पातशाह जी ओ खालसा पंथ दे साजना दिवस नूं समर्पित हुंदे होए ਅਤੇ ਭਾਈ ਨਵਦੀਪ ਸਿੰਘ ਰਿੰਕੂ ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮਨਾਉਂਦੇ ਹੋਏ ਸੱਚੇ ਪਾਤਸ਼ਾਹ ਜੀ ਬੱਚਿਆਂ ਵੱਲੋਂ ਗੁਰਮੁਖ ਪਿਆਰਿਆਂ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਪਾਵਨ ਹਜ਼ੂਰ ਹਾਜ਼ਰੀਆਂ ਭਰੀਆਂ ਗਈਆਂ। ਗੁਰਮਤਿ ਵਿਚਾਰਾਂ ਦੀ ਸਾਂਝ ਹੋਈ। ਸੱਚੇ ਪਾਤਸ਼ਾਹ ਜੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਪਾਤਸ਼ਾਹ ਜੀ ਉਹ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਪਾਠ ਹੋਏ। ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹੋਏ ਭੁੱਲ ਚੁੱਕ ਖਿਮਾ ਕਰ ਦੇਣੀ ਸਮਤ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨੀ। ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਦੀ ਦਾਤ ਨਾਲ ਨਿਵਾਜਣਾ ਮਾਪਿਆਂ ਦੀ ਆਗਿਆਕਾਰੀ ਵਿਦਿਆ ਦੇ ਦਾਨ ਚੜ੍ਹਦੀ ਕਲਾ ਹਰਮੰਦਾਨ ਫਤਿਹ ਬਖਸ਼ਿਸ਼ ਕਰਨੀ। ਭਾਈ ਨਵਦੀਪ ਸਿੰਘ ਜੀ ਦੇ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਚੋਂ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੋਈ ਜੀ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਈ ਕੜਾ ਪ੍ਰਸ਼ਾਦੀ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸਤਿਗੁਰੂ ਜੀ। ਜਿਨ੍ਹਾਂ ਖਜ਼ਾਨਿਆਂ ਚੋਂ ਰਸਤਾ ਮਾਇਆ ਈਸ਼ਵਰ ਖਜ਼ਾਨੇ ਭਰਪੂਰ ਕਰਨੇ ਕਿਰਤ ਕਮਾਈਆਂ ਚ ਵਾਧੇ ਬਖਸ਼ਿਸ਼ ਕਰਨੇ ਸਤਿਗੁਰੂ ਜੀਓ आप कृपा करनी। भाई नवदीप सिंह के समूचे परिवार में चढ़ती कला आपसी प्रेम प्यार इतफाक सुख शांति बख्शनी बच्चों के सिर ते मेहर भरिया हथ रखना सतगुरु जी। गुरसिੱਖੀ जीवन की दात नाल निवाजना शरीरक तंदुरुस्तियां दे रोगता की दात नाल बख्शिश करके निहाल करना पातशाह जी। देश प्रदेश संग संग होकर सहायक होना किरत कमाइयां च वाधे बख्शने नाम धन दीआं दातां इस तरह बल उत्साह उद्यम बख्शिश करते रहना। अपने नगर की मनुखता की सेवा करने वास्ते उपराला हर मैदान फतेह बख्शनी सतगुरु जी। समाप्ति की अरदास है कृपा करो पावन पवित्र मुख वाक बख्शिश करके समूह संगत बच्चों को किरतार्थ करो। सिख पढ़ते सुनते सरबत लाहेवंद होवन सही प्यारे में जिन्हां मिलिया तेरा नाम चिते आवे नानक नाम चढ़ती वाहिगुरू जी का खालसा बोले सोनेहाल वाहिगुरू जी का खालसा वाहिगुरू जी की फतेह। वरियान पिता वाह वाह जोगिंद सिंह आपी दुचिला 1695 जो लड़े दीन के हेत पुरजा पुरजा कट मरे कबू नाम छाड़ा खेत
पंजवा हमरी गलत न गणिया काई अपना बिरद पछाण हाथ दे राखी कर अपने सदा सदा रंग मान साचा साहिब सत मेहरबान बंद पाया मेरा सतगुर पूरै कोई सर्व कल्याण रहाओ साचा साहिब सत मेहरबान बंद पाया मेरा सतगुर पूरै कोई सर्व कल्याण रहाओ जियो पाए पिंड जिन साजिया दिता बहन खान अपने दास की आप कैद रखी नानक सद कुर्बान जियो पाए पिंड जिन साजिया दिता पैनन खान अपने दास की आप कैद रखी नानक सद कुर्बान वाहिगुरू जी का खालसा वाहिगुरू जी की फतेह। सतनाम करता निर्भय निर्भय अकाल मूरत एक ओंकार सतनाम करता पुरख निर्भय निर्भय अकाल मूरत अजूनी सैभम एक ओंकार सतनाम करता पुरख निर्भय निर्भय अकाल मूरत अजूनी सैभम एक ओंकार सतनाम करता पुरख निर्भय निर्भय अकाल मूरत अजूनी सैभम गुर प्रसाद एक ओंकार सतनाम करता पुरख निर्भय निर्भय अजूनी सैभम गुर प्रसाद एक ओंकार सतनाम करता पुरख निर्भय एक ओंकार सतनाम करता पुरख निर्भय निर्भय अजूनी सैभम गुर प्रसाद। वाहिगुरू जी का खालसा वाहिगुरू जी की फतेह। एसी बंद कर दो फोन के लिए। ये तो सेटिंग करेगा फिर ही होगा।